Respected officers, good morning. I'm Dr. Harpreet. I hope you all are fit and fine and taking all the necessary precautions in these tough times. So today I'm going to share with you another video book in the series of video book that I'm sharing on the various topics covered under the GST law. And today our point of discussion is real estate. In this video book, I'll be talking majorly on the real estate sector as it is today, because there were major changes after 1st of April 2019. ਸੋ ਜਿਹੜੀ ਅਸੀਂ ਗੱਲ ਕਰਾਂਗੇ ਉਹ ਉਸ ਫੇਜ਼ ਤੋਂ ਬਾਅਦ ਹੀ ਜ਼ਿਆਦਾ ਹੋਏਗੀ. In coming days, I'll make another video book that will cover the entire real estate from the starting of the GST law, that is on 1st July 2017 till today. Okay. So before I start with, I just want you to have a few white pages and a pen so that you can jot down as we move ahead in the video book. And like always, the entire content of the video book will be in Punjabi language. And wherever I don't find a suitable Punjabi language, then only I'll shift to the English language. So let's start with the real estate. Real estate start ਕਰਨ ਤੋਂ ਪਹਿਲਾਂ ਅਸੀਂ ਇੱਕ ਬੇਸਿਕ ਚੀਜ਼ਾਂ ਸਮਝ ਲਈ ਕਿ ਰੀਅਲ ਏਸਟੇਟ ਦੇ ਐਲੀਮੈਂਟਸ ਕੀ ਨੇ. ਜਦੋਂ ਅਸੀਂ ਟੈਕਸੀਬਿਲਿਟੀ ਦੇਖਣੀ ਹੈ ਤਾਂ ਐਲੀਮੈਂਟਸ ਕਿਹੜੇ ਨੇ. 3 ਬੇਸਿਕ ਐਲੀਮੈਂਟਸ ਨੇ. ਇੱਕ ਹੈਗਾ ਲੈਂਡ ਓਨਰ, ਇੱਕ ਹੈਗਾ ਡਿਵੈਲਪਰ ਜਾਂ ਪ੍ਰਮੋਟਰ, ਤੀਸਰਾ ਹੈਗਾ ਜਿਹੜਾ ਹੈਗਾ ਆਪਣਾ ਪ੍ਰੋਪਰਟੀ. ਲੈਂਡ ਓਨਰ ਜਿਹੜਾ ਹੈਗਾ ਉਹ ਹੁਣ 2 ਤਰ੍ਹਾਂ 'ਚ ਹੋ ਸਕਦਾ. ਜਾਂ ਤਾਂ ਲੈਂਡ ਓਨਰ ਨੇ ਆਪ ਆਪਣੀ ਲੈਂਡ 'ਤੇ ਪ੍ਰੋਪਰਟੀ ਬਣਾ ਕੇ ਵੇਚੀ ਹੈ, ਪਹਿਲੀ ਕੰਡੀਸ਼ਨ. ਦੂਸਰਾ ਹੋਏਗਾ ਕਿ ਲੈਂਡ ਓਨਰ ਨੇ ਕਿਸੇ ਡਿਵੈਲਪਰ ਨੂੰ TDR ਦੇ ਕੇ, ਟ੍ਰਾਂਸਫਰ ਆਫ ਡਿਵੈਲਪਮੈਂਟ ਰਾਈਟਸ ਦੇ ਕੇ, ਉਹਨੇ ਉਸ ਤੋਂ ਪ੍ਰੋਪਰਟੀ ਬਣਵਾਈ ਹੈ ਅਤੇ ਬਾਅਦ 'ਚ ਉਹ ਵਿਕੀ ਹੈ. ਠੀਕ ਹੈ. ਮੇਜਰਲੀ 2 ਹੀ ਕੰਡੀਸ਼ਨ ਹੋਣਗੀਆਂ. ਜਾਂ ਉਹਦੀ ਲੈਂਡ ਆਪਣੀ ਸੀ, ਉਹਨੇ ਆਪ ਬਣਾਈ ਹੈ ਬਿਲਡਿੰਗ, ਜਾਂ ਲੈਂਡ ਆਪਣੀ ਸੀ, ਉਹਨੇ ਕਿਸੇ ਬੰਦੇ ਨੂੰ TDR ਦੇ ਕੇ, ਟ੍ਰਾਂਸਫਰ ਆਫ ਡਿਵੈਲਪਮੈਂਟ ਰਾਈਟਸ ਦੇ ਕੇ, ਅਤੇ ਫਿਰ ਉਹਨੇ ਉਹ ਬਿਲਡਿੰਗ ਡਿਵੈਲਪ ਕਰਾਈ ਹੈ. ਠੀਕ ਹੈ. ਦੂਸਰਾ ਹੈਗਾ ਡਿਵੈਲਪਰ. ਡਿਵੈਲਪਰ ਫਿਰ ਉੱਥੇ ਗੱਲ ਆ ਗਈ. ਡਿਵੈਲਪਰ ਦੀ ਕੋਲ ਜਾਂ ਤਾਂ ਆਪਣੀ ਜ਼ਮੀਨ ਹੋਏਗੀ ਜਿਹੜੀ ਉਹਦੇ ਕੋਲ ਐਂਸੈਸਟਰਲ ਸੀ, ਜਾਂ ਉਹਨੇ ਖਰੀਦੀ ਹੈ, ਜਾਂ ਡਿਵੈਲਪਰ ਨੇ ਕਿਸੇ ਲੈਂਡ ਓਨਰ ਤੋਂ TDR ਲੈ ਕੇ, ਟ੍ਰਾਂਸਫਰ ਆਫ ਡਿਵੈਲਪਮੈਂਟ ਰਾਈਟਸ ਲੈ ਕੇ, ਅਤੇ ਉਸ ਤੋਂ ਬਾਅਦ ਉਹਨੇ ਉਹ ਬਿਲਡਿੰਗ ਬਣਾਈ ਹੈ ਅਤੇ ਬਾਅਦ 'ਚ ਬਿਲਡਿੰਗ ਵਿਕੀ ਹੈ. ਠੀਕ ਹੈ. ਤੀਸਰੀ ਹੈਗੀ ਹੈ ਬਿਲਡਿੰਗ ਇਟਸੈਲਫ. ਬਿਲਡਿੰਗ ਹੁਣ ਹੈਗੀ ਹੈ ਉਹ 3 ਤਰ੍ਹਾਂ ਦੀ ਹੋ ਸਕਦੀ ਹੈ. ਇਟ ਕੈਨ ਬੀ ਰੈਜ਼ੀਡੈਂਸ਼ੀਅਲ, ਇਟ ਕੈਨ ਬੀ ਕਮਰਸ਼ੀਅਲ, ਔਰ ਇਟ ਕੈਨ ਬੀ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ. ਰੈਜ਼ੀਡੈਂਸ਼ੀਅਲ ਤਾਂ ਜਿਵੇਂ ਨਾਮ ਹੀ ਕਹਿੰਦਾ ਹੈ ਕਿ ਇੱਕ ਬਿਲਡਿੰਗ ਹੈਗੀ ਉਹ 'ਚ ਲੋਕ ਰਹਿ ਰਹੇ ਨੇ, ਉਹ ਰੈਜ਼ੀਡੈਂਸ਼ੀਅਲ ਬਿਲਡਿੰਗ ਹੈ. ਕਮਰਸ਼ੀਅਲ ਕੀ ਹੋਏਗੀ? ਜਿਹਦੇ ਅੰਦਰ ਸ਼ਾਪਸ ਨੇ, ਜਿਵੇਂ ਸ਼ਾਪਿੰਗ ਮਾਲਸ ਹੋ ਗਈਆਂ, ਉਹ ਕਮਰਸ਼ੀਅਲ ਨੇ. ਠੀਕ ਹੈ. ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਕੀ ਹੋਊਗਾ ਕਿ ਕੋਈ ਬਿਲਡਿੰਗ ਬਣੀ ਹੋਈ ਹੈ ਜਿਹਦੇ ਅੰਦਰ ਫਲੈਟਸ ਨੇ, ਲੋਕ ਰਹਿ ਰਹੇ ਨੇ, ਪਰ ਥੱਲੇ ਦੁਕਾਨਾਂ ਵੀ ਨੇ. ਸੋ ਕਮਰਸ਼ੀਅਲ ਐਕਟੀਵਿਟੀ ਹੋ ਰਹੀ ਹੈ. ਸੋ ਦੈਟ ਇਜ਼ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ. ਇਹ ਕਲੀਅਰ ਹੋ ਗਿਆ. ਫਿਰ ਇੱਕ ਇਹ 'ਚ ਕੰਸੈਪਟ ਹੈਗਾ ਅਫੋਰਡੇਬਲ ਐਂਡ ਨਾਨ ਅਫੋਰਡੇਬਲ. ਠੀਕ ਹੈ. ਉਹ ਜਿਹੜਾ ਹੈਗਾ ਉਹ ਆਪਾਂ ਅੱਗੇ ਪੜ੍ਹਾਂਗੇ ਡਿਟੇਲਸ ਕੀ ਹੈਗਾ. ਸਟਾਰਟਿੰਗ 'ਚ ਇੰਨੀ ਕਲੈਰਿਟੀ ਹੋ ਜੇ, ਇੱਕ ਤਾਂ ਲੈਂਡ ਓਨਰ ਹੈ. ਲੈਂਡ ਓਨਰ ਜਾਂ ਤਾਂ ਆਪ ਬਿਲਡਿੰਗ ਬਣਾ ਕੇ ਵੇਚਦੇ, ਜਾਂ ਉਹਨੇ ਕਿਸੇ ਨੂੰ ਟ੍ਰਾਂਸਫਰ ਆਫ ਡਿਵੈਲਪਮੈਂਟ ਰਾਈਟਸ ਕੀਤੇ ਤਾਂ ਡਿਵੈਲਪਰ ਨੇ ਬਣਾਈ, ਫਿਰ ਉਹ ਵਿਕੀ. ਡਿਵੈਲਪਰ ਕੋਲ ਉਹੀ ਉਹਦਾ ਉਲਟਾ, ਜਾਂ ਤਾਂ ਡਿਵੈਲਪਰ ਕੋਲ ਆਪ ਆਪਣੀ ਐਂਸੈਸਟਰ ਪ੍ਰੋਪਰਟੀ ਸੀਗੀ, ਜਾਂ ਉਹਨੇ ਖਰੀਦੀ ਹੈ, ਉੱਤੇ ਉਹਨੇ ਬਿਲਡਿੰਗ ਬਣਾ ਕੇ ਵੇਚੀ ਹੈ, ਜਾਂ ਉਹਨੇ ਕਿਸੇ ਤੋਂ TDR ਲਈ, ਟ੍ਰਾਂਸਫਰ ਆਫ ਡਿਵੈਲਪਮੈਂਟ ਰਾਈਟਸ, ਫਿਰ ਬਿਲਡਿੰਗ ਬਣੀ, ਫਿਰ ਉਹ ਵਿਕੀ. ਠੀਕ. ਜਿਹੜੀ ਪ੍ਰੋਪਰਟੀ ਇਟਸੈਲਫ ਹੈਗੀ ਉਹ 3 ਤਰ੍ਹਾਂ ਦੀ ਹੋ ਸਕਦੀ ਹੈ. ਰੈਜ਼ੀਡੈਂਸ਼ੀਅਲ, ਫੁੱਲੀ ਰੈਜ਼ੀਡੈਂਸ਼ੀਅਲ ਹੋ ਸਕਦੀ ਹੈ, ਫੁੱਲੀ ਕਮਰਸ਼ੀਅਲ ਹੋ ਸਕਦੀ ਹੈ, ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਹੋ ਸਕਦੀ ਹੈ. ਠੀਕ ਹੈ ਜੀ. ਹੁਣ ਆਪਾਂ ਟੌਪਿਕ ਧਿਆਨ ਦੇं. ਸਭ ਤੋਂ ਪਹਿਲਾਂ ਹੁਣ ਇੱਕ ਇਹ 'ਚ ਜਿਹੜੀ ਚੀਜ਼ ਹੈਗੀ ਹੈ ਉਹ ਹੈਗੀ ਹੈ ਕਿ ਬੇਸਿਕ ਟੈਕਸੀਬਿਲਿਟੀ ਜਿਹੜੀ ਹੈਗੀ ਹੈ ਉਹ ਕਿੱਦਾਂ ਡਿਸਾਈਡ ਹੋਏਗੀ ਰੀਅਲ ਏਸਟੇਟ 'ਚ. ਇਹਨੂੰ ਸਮਝਣ ਵਾਸਤੇ ਸਾਨੂੰ ਗੁੱਡਸ ਅਤੇ ਸਰਵਿਸਿਜ਼ ਦੀ ਡੈਫੀਨੇਸ਼ਨ ਜਿਹੜੀਆਂ ਅਸੀਂ ਸਕੋਪ ਆਫ ਸਪਲਾਈਜ਼ ਪੜ੍ਹੀਆਂ ਸੀਗੀਆਂ, ਉਹਨਾਂ ਨੂੰ ਇੱਕ ਵਾਰ ਦੁਬਾਰਾ ਕੁਇਕਲੀ ਪੜ੍ਹਨਾ ਪੈਣਾ. ਫਿਰ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਰੀਅਲ ਏਸਟੇਟ ਐਕਚੁਅਲੀ ਆ ਕਿੱਥੇ ਰਿਹਾ. ਤੋਂ ਪਹਿਲਾਂ ਮੈਂ ਗੁੱਡਸ ਦੀ ਡੈਫੀਨੇਸ਼ਨ ਪੜ੍ਹਨਾ ਐਜ਼ ਪ੍ਰਿਸਕ੍ਰਾਈਬਡ ਅੰਡਰ GST ਲਾਅ. ਇਹ ਹੈਗਾ ਸੈਕਸ਼ਨ 2 ਸਬਸੈਕਸ਼ਨ 52. ਗੁੱਡਸ ਹੈਗੇ ਨੇ, ਗੁੱਡਸ ਮੀਨਸ every kind of movable property other than money and security, but includes actionable claim, growing crops, grass, things attached to or form part of land which are agreed to be spared before supply or under a contract of supply. ਹੁਣ ਇਸ ਗੁੱਡਸ ਦੀ ਡੈਫੀਨੇਸ਼ਨ ਜਿਵੇਂ ਆਪਾਂ ਪੜ੍ਹਿਆ, ਇਸ ਗੁੱਡਸ ਦੀ ਡੈਫੀਨੇਸ਼ਨ 'ਚ ਰੀਅਲ ਐਸਟੇਟ ਫਿੱਟ ਨਹੀਂ ਹੁੰਦਾ. ਠੀਕ ਹੈ. ਸੋ ਗੁੱਡਸ ਨੂੰ ਤਾਂ ਲੱਗਿਆ ਕਾਂਟਾ. ਹੁਣ ਆਪਾਂ ਦੇਖਦੇ ਹਾਂ ਕਿ ਸਰਵਿਸ 'ਚ ਫਿੱਟ ਹੋ ਰਿਹਾ. ਸਰਵਿਸ ਹੈਗਾ ਆਪਣਾ ਸੈਕਸ਼ਨ 2 ਸਬ ਸੈਕਸ਼ਨ 102.
ਇੱਥੇ ਦੇਖੀਏ ਕੀ ਕਹਿੰਦਾ ਹੈ। Services means anything other than goods, money and security, but includes activity relating to the use of money or its conversion by cash or by any other mode from one form of currency or denomination to another form, currency or denomination for which a separate consideration is charged। ਹੁਣ ਇਹ 'ਚ ਜਿਹੜਾ ਟ੍ਰਿਗਰ ਪੁਆਇੰਟ ਹੈ ਉਹ ਕੀ ਹੈ ਸਰਵਿਸ ਦੀ ਡੈਫੀਨੇਸ਼ਨ 'ਚ ਕਿ ਸਰਵਿਸਿਜ਼ ਮੀਨਸ ਐਨੀਥਿੰਗ ਅਦਰ ਦੈਨ ਗੁੱਡਸ, ਯਾਨੀ ਕਿ ਇੱਥੇ ਸਾਡਾ ਰੀਅਲ ਐਸਟੇਟ ਫਿੱਟ ਹੋ ਰਿਹਾ। ਇੰਨੀ ਗੱਲ ਸਮਝ ਆ ਗਈ? ਗੁੱਡਸ 'ਚ ਫਿੱਟ ਨਹੀਂ ਹੋ ਰਿਹਾ, ਰੀਅਲ ਐਸਟੇਟ ਫਿੱਟ ਹੋ ਰਿਹਾ। ਸਰਵਿਸਿਜ਼ 'ਚ ਉਹ ਵੀ ਕਿਉਂਕਿ ਇਹ 'ਚ ਸਰਵਿਸਿਜ਼ 'ਚ ਵਾਈਡਰ ਮੀਨਿੰਗ ਹੈ, ਇਟ ਮੀਨਸ ਐਨੀਥਿੰਗ ਅਦਰ ਦੈਨ ਗੁੱਡਸ। ਠੀਕ ਹੈ, ਸੋ ਇਹ ਗੱਲ ਕਲੀਅਰ ਹੋ ਗਈ ਕਿ ਗੁੱਡਸ ਦੇ ਅੰਦਰ ਡੈਫੀਨੇਸ਼ਨ ਨਹੀਂ ਆ ਰਹੀ, ਸਰਵਿਸਿਜ਼ 'ਚ ਆ ਰਹੀ ਹੈ। ਠੀਕ ਹੈ, ਹੁਣ ਆਪਾਂ ਅੱਗੇ ਚੱਲਦੇ ਹਾਂ। ਫਿਰ ਆਪਾਂ ਦੇਖੀਏ ਕਿ ਹੁਣ ਟੈਕਸੀਬਿਲਿਟੀ ਡਿਸਾਈਡ ਕਿੱਦਾਂ ਕਰਨੀ ਹੈ। ਆਪਾਂ ਸ਼ਡਿਊਲ ਪੜ੍ਹੇ ਸੀਗੇ, ਸਕੋਪ ਆਫ ਸਪਲਾਈ, ਸ਼ਡਿਊਲ 1, ਸ਼ਡਿਊਲ 2, ਸ਼ਡਿਊਲ 3। ਹੁਣ ਇਹ 'ਚ 3 ਜ਼ਰੂਰੀ ਨੇ। ਸ਼ਡਿਊਲ 2 ਤੇ ਸ਼ਡਿਊਲ 3 ਦੇ ਅੰਦਰ ਇੱਕ ਤਾਂ ਪੈਰਾ ਨੰਬਰ 2, ਇੱਕ ਪੈਰਾ ਨੰਬਰ 5 ਕਲੌਜ਼ B, ਤੇ ਸ਼ਡਿਊਲ 3 ਦੇ ਅੰਦਰ ਜਿਹੜਾ ਹੈਗਾ ਪੈਰਾ ਨੰਬਰ 5 ਉਹਨਾਂ ਦਾ। ਹੁਣ ਪਹਿਲਾਂ ਆਪਾਂ ਦੇਖਦੇ ਹਾਂ ਕਿ ਇਹਨਾਂ ਦੀ ਲੈਂਗੁਏਜ ਕੀ ਹੈ। ਜਿਹੜੇ ਤੇ ਪੈਰਾ ਨੰਬਰ 2 ਹੈ ਤਾਂ ਬੜਾ ਸਿੰਪਲ ਹੈ, ਲੀਜ਼, ਟੈਨੈਂਸੀ, ਈਜ਼ਮੈਂਟ ਐਂਡ ਲਾਇਸੈਂਸ ਟੂ ਆਕੂਪਾਈ ਲੈਂਡ। ਸੋ ਲੀਜ਼, ਟੈਨੈਂਸੀ, ਈਜ਼ਮੈਂਟ ਐਂਡ ਲਾਇਸੈਂਸ ਟੂ ਆਕੂਪਾਈ ਲੈਂਡ ਇਹ ਸਰਵਿਸ ਹੈ। ਠੀਕ ਹੈ ਨਾ, ਐਜ਼ ਪਰ ਸ਼ਡਿਊਲ 2। ਇਹ ਆਪਣੀ ਰੀਅਲ ਐਸਟੇਟ ਵਾਸਤੇ ਇੰਨਾ ਜ਼ਿਆਦਾ ਰੈਲੇਵੈਂਟ ਨਹੀਂ ਲੱਗ ਰਿਹਾ। ਹੁਣ ਆਪਾਂ ਅਗਲਾ ਦੇਖੀਏ, ਉਹ ਕਹਿੰਦੇ ਨੇ ਕੰਸਟਰਕਸ਼ਨ ਆਫ ਬਿਲਡਿੰਗ, ਸਿਵਲ ਸਟਰਕਚਰ including a complex and building intended for supply to a buyer, except where the entire consideration is received after the issuance of completion certificate or after its first occupancy, whichever is earlier। ਇਹਨੂੰ ਦੇਖੋ ਧਿਆਨ ਨਾਲ, ਇੱਥੇ ਆਪਾਂ ਫਿੱਟ ਹੋ ਰਹੇ ਹਾਂ ਸਰਵਿਸਿਜ਼ ਦੇ ਅੰਦਰ। ਆਪਾਂ ਫਿੱਟ ਹੋ ਰਹੇ ਹਾਂ ਕੰਸਟਰਕਸ਼ਨ ਆਫ ਬਿਲਡਿੰਗ, ਸਿਵਲ ਸਟਰਕਚਰ including a complex or a building intended for supply to a buyer। ਤੇ ਐਕਸੈਪਸ਼ਨ ਕੀ ਹੈ? ਵੇਅਰ ਦ ਐਂਟਾਇਰ ਕੰਸੀਡਰੇਸ਼ਨ ਇਜ਼ ਰਿਸੀਵਡ ਆਫਟਰ ਦ ਇਸ਼ੂਐਂਸ ਆਫ ਕੰਪਲੀਸ਼ਨ ਸਰਟੀਫਿਕੇਟ ਔਰ ਫਸਟ ਆਕੂਪੈਂਸੀ। ਇਹਦੇ ਬਿਲਕੁਲ ਪੈਰਲ ਜੇ ਆਪਾਂ ਜਾਵਾਂਗੇ ਸ਼ਡਿਊਲ 3 'ਚ ਤਾਂ ਉੱਥੇ ਇਹੀ ਚੀਜ਼ ਲਿਖੀ ਹੋਈ ਹੈ ਕਿ ਜੇ ਆਪਾਂ ਕੰਸੀਡਰੇਸ਼ਨ ਲੈ ਰਹੇ ਹਾਂ ਬਾਅਦ ਵਿੱਚ ਤਾਂ ਉਸ ਕੇਸ ਦੇ ਅੰਦਰ ਉਹ ਫਿਰ ਸਪਲਾਈ ਆਫ ਗੁੱਡਸ ਵੀ ਨਹੀਂ ਹੈ, ਸਪਲਾਈ ਆਫ ਸਰਵਿਸ ਵੀ ਨਹੀਂ ਹੈ। ਠੀਕ ਹੈ, ਸਪਲਾਈ ਆਫ ਲੈਂਡ ਐਂਡ ਸਪਲਾਈ ਆਫ ਬਿਲਡਿੰਗ ਵੇਅਰ ਦ ਐਂਟਾਇਰ ਕੰਸੀਡਰੇਸ਼ਨ ਹੈਵ ਬੀਨ ਰਿਸੀਵਡ ਆਫਟਰ ਦ ਇਸ਼ੂਐਂਸ ਆਫ ਕੰਪਲੀਸ਼ਨ ਸਰਟੀਫਿਕੇਟ from a competent authority where such certificate required or after first occupation whichever is earlier। ਹੁਣ ਆਪਾਂ ਦੇਖੀਏ ਕਿ ਆਪਣੀ ਟੈਕਸੀਬਿਲਿਟੀ ਕਿੱਥੇ ਆ ਰਹੀ ਹੈ। ਟੈਕਸੀਬਿਲਿਟੀ ਆ ਰਹੀ ਹੈ ਕਿ ਜਦੋਂ ਬਿਲਡਿੰਗ ਬਣਾਈ, ਜੇ ਉਹਦੀ ਇੰਟਾਇਰ ਕੰਸੀਡਰੇਸ਼ਨ ਸਾਨੂੰ ਆਕੂਪੈਂਸੀ ਜਾਂ ਕੰਪਲੀਸ਼ਨ ਸਰਟੀਫਿਕੇਟ ਤੋਂ ਪਹਿਲਾਂ ਮਿਲੇ ਤਾਂ ਉਹ ਸ਼ਡਿਊਲ 2 'ਚ ਹੈ। ਅਦਰਵਾਈਜ਼ ਜੇ ਉਹ ਸਾਨੂੰ ਕੰਸੀਡਰੇਸ਼ਨ ਬਾਅਦ 'ਚ ਮਿਲਦੀ ਤਾਂ ਸ਼ਡਿਊਲ 3 ਹੈ। ਦੈਟ ਮੀਨਸ ਨਾਈਦਰ ਗੁੱਡਸ ਨੋਰ ਸਰਵਿਸਿਜ਼। ਇਹਨੂੰ ਬਸ ਹੁਣ ਧਿਆਨ 'ਚ ਰੱਖਣਾ। ਇਹਦੇ ਹੁਣ ਮੈਂ ਤੁਹਾਨੂੰ ਦੁਬਾਰਾ ਇੱਕ ਵਾਰੀ ਪੜ੍ਹ ਦਿੰਦਾ, ਸ਼ਡਿਊਲ 3 ਪੜ੍ਹ ਦਿੰਦਾ ਕਿ ਕਿਹੜੀ ਚੀਜ਼ ਨਾ ਗੁੱਡਸ ਹੈ ਨਾ ਸਰਵਿਸ ਦੇ ਅੰਦਰ ਆਊਗੀ, ਸਪਲਾਈ ਨਹੀਂ ਮੰਨੀ ਜਾਊਗੀ। ਠੀਕ ਹੈ, ਸਪਲਾਈ ਆਫ ਲੈਂਡ ਔਰ ਸਪਲਾਈ ਆਫ ਬਿਲਡਿੰਗ ਵੇਅਰ the entire consideration has been received after the issuance of the completion certificate from the competent authority or after its occupation whichever is earlier। ਸੋ ਇਹਨਾਂ ਤੋਂ ਪਹਿਲਾਂ ਕੰਸੀਡਰੇਸ਼ਨ ਆਉਣੀ ਚਾਹੀਦੀ ਹੈ, ਇੰਟਾਇਰ ਕੰਸੀਡਰੇਸ਼ਨ, ਫਿਰ ਆਪਣੀ ਉਹ ਸਪਲਾਈ ਆਫ ਸਰਵਿਸ 'ਚ ਇੰਕਲੂਡ ਹੁੰਦਾ। ਇੰਨਾ ਕਲੀਅਰ ਹੋ ਗਿਆ। ਹੁਣ ਆਪਾਂ ਅੱਗੇ ਚੱਲੀਏ। 1 ਅਪ੍ਰੈਲ 2019 ਤੋਂ ਪਹਿਲਾਂ ਟੈਕਸ ਕੀ ਸੀਗਾ, GST ਦਾ ਜਿਹੜਾ ਟੈਕਸ ਐਪਲੀਕੇਬਲ ਸੀਗਾ ਉਹ ਕੀ ਸੀਗਾ, ਉਹ ਪੜ੍ਹ ਕੇ ਫਿਰ ਆਪਾਂ ਅੱਗੇ ਚੱਲਦੇ ਹਾਂ। ਠੀਕ ਹੈ, ਜਿਹੜਾ ਤਾਂ ਵਰਕ ਕੰਟਰੈਕਟ ਹੈ ਉਹਦਾ ਰੇਟ ਆਫ ਟੈਕਸ ਸੀਗਾ 18% ਵਿਦ ITC। ਠੀਕ ਹੈ, ਦੂਸਰਾ ਹੈਗਾ ਆਪਣੇ ਕੋਲ ਅਫੋਰਡੇਬਲ ਰੈਜ਼ੀਡੈਂਸ਼ੀਅਲ, ਉਹਦਾ ਹੈਗਾ ਸੀਗਾ 5%, ਸੌਰੀ 8% ਵਿਦ ITC। ਫਿਰ ਹੈਗਾ ਆਪਣੇ ਕੋਲ ਜਿਹੜਾ ਹੈਗਾ ਨਾਨ ਅਫੋਰਡੇਬਲ ਰੈਜ਼ੀਡੈਂਸ਼ੀਅਲ, ਉਹਦਾ ਸੀਗਾ 12% ਵਿਦ ITC। ਤੇ ਚੌਥਾ ਸੀਗਾ ਕਮਰਸ਼ੀਅਲ, ਉਹ ਵੀ ਸੀਗਾ 12% ਵਿਦ ITC। ਹੁਣ ਇਹਨੂੰ ਆਪਾਂ ਇੱਕ ਵਾਰ ਐਕਸਪਲੇਨ ਕਰ ਲਈਏ ਕਿ ਇਹ ਜਿਹੜਾ 1/4/19 ਤੋਂ ਪਹਿਲੀ ਟੈਕਸੀਬਿਲਿਟੀ ਸੀਗੀ ਉਹ ਸੀਗੀ ਕੀ ਦਾ ਮਾਇਨਾ ਕੀ ਉਹਦਾ।
वर्क कॉन्ट्रैक्ट ਦਾ ਸਾਈਡ ਤੇ ਕਰ ਦਿਓ, ਵਰਕ ਕॉन्ट्रैक्ट 18% ਸੀਗਾ ਵਿਦ ਆਈਟੀਸੀ, ਉਹਦੇ ਇੱਥੇ ਕੋਈ ਰੈਲੇਵੈਂਸੀ ਨਹੀਂ, ਉਹਨੂੰ ਸਾਈਡ ਤੇ ਕਰ ਦਿਓ। ਠੀਕ ਹੈ, ਆਪਾਂ ਕਰਦੇ ਹਾਂ ਅਫੋਰਡੇਬਲ ਰੈਜ਼ੀਡੈਂਸ਼ੀਅਲ, ਨਾਨ ਅਫੋਰਡੇਬਲ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ। ਅਫੋਰਡੇਬਲ ਰੈਜ਼ੀਡੈਂਸ਼ੀਅਲ ਸੀਗਾ 8% ਵਿਦ ਆਈਟੀਸੀ। ਠੀਕ ਹੈ, ਨਾਨ ਅਫੋਰਡੇਬਲ ਰੈਜ਼ੀਡੈਂਸ਼ੀਅਲ ਸੀਗਾ 12% ਵਿਦ ਆਈਟੀਸੀ। ਠੀਕ ਹੈ, ਤੇ ਤੀਸਰਾ ਜਿਹੜਾ ਸੀਗਾ ਆਪਣਾ ਕਮਰਸ਼ੀਅਲ ਸੀਗਾ 12% ਵਿਦ ਆਈਟੀਸੀ। ਹੁਣ ਇੱਥੇ ਇੱਕ ਚੀਜ਼ ਦੇਖਣ ਵਾਲੀ ਹੈ ਕਿ ਇਹਨਾਂ ਪਰ ਜਿਹੜੀ ਇਹ ਰੇਟ ਆਫ ਟੈਕਸ ਨੂੰ ਕਹਿੰਦੇ ਇਫੈਕਟਿਵ ਰੇਟ ਆਫ ਟੈਕਸ। ਇਹ ਇਫੈਕਟਿਵ ਰੇਟ ਆਫ ਟੈਕਸ ਦਾ ਕੀ ਕੰਸੈਪਟ ਹੈ? ਬੇਸਿਕਲੀ ਇਹ ਰੂਲ ਬਣਾ ਦਿੱਤਾ ਗਿਆ ਕਿ ਜਦੋਂ ਵੀ ਕਿਸੇ ਬਿਲਡਿੰਗ ਦੀ ਵੈਲਿਊਏਸ਼ਨ ਹੋਣੀ ਹੈ ਫॉर द ਪਰਪਸ ਆਫ ਜੀਐਸਟੀ, ਤਾਂ ਉਸ ਪੂਰੀ ਟੋਟਲ ਵੈਲਿਊ ਜਿਹੜੀ ਉਹਦੀ ਹੈਗੀ ਹੈ, ਉਸ ਵੈਲਿਊ ਦਾ 1/3 ਆਪਾਂ ਮੰਨਾਂਗੇ ਕਿ ਉਹ ਲੈਂਡ ਦੀ ਵੈਲਿਊ ਹੈ, ਤੇ ਉਹ ਚੋਂ ਮਾਈਨਸ ਕਰਾਂਗੇ, ਭਾਵੇਂ ਉਹ ਪੌਸ਼ ਏਰੀਆ 'ਚ ਹੈ ਭਾਵੇਂ ਉਹ ਰੂਰਲ ਏਰੀਆ, ਜਿੱਥੇ ਮਰਜ਼ੀ ਹੋਵੇ। 1/3 ਆਫ ਦ ਵੈਲਿਊ ਆਫ ਦ ਪ੍ਰੋਪਰਟੀ ਇਜ਼ ਦ ਪ੍ਰੋਪਰਟੀ ਦ ਵੈਲਿਊ ਆਫ ਦ ਲੈਂਡ, ਉਹ ਚੋਂ ਮਾਈਨਸ ਕਰਾਂਗੇ। ਫਿਰ ਐਕਚੁਅਲੀ ਜਿਹੜਾ ਅਫੋਰਡੇਬਲ ਹੈਗਾ ਰੈਜ਼ੀਡੈਂਸ਼ੀਅਲ, ਉਹਦਾ ਰੇਟ ਆਫ ਟੈਕਸ ਹੈਗਾ 12, ਪਰ ਜਦੋਂ ਅਸੀਂ ਇਹਨੂੰ ਇਸ ਚੀਜ਼ ਨੂੰ ਵਿੱਚ ਫੈਕਟਰ ਇਨ ਕਰਦੇ ਹਾਂ, 1/3 ਵੈਲਿਊ ਕੱਢ ਦਿੰਦੇ ਹਾਂ, ਫਿਰ ਉਹ ਬਣ ਜਾਂਦਾ ਇਫੈਕਟਿਵ ਰੇਟ 8%। ਸਿਮਿਲਰਲੀ ਜਿਹੜਾ ਨਾਨ ਅਫੋਰਡੇਬਲ ਰੈਜ਼ੀਡੈਂਸ਼ੀਅਲ ਹੈ ਤੇ ਜਿਹੜਾ ਕਮਰਸ਼ੀਅਲ ਹੈ, ਉਹਦਾ ਰੇਟ ਆਫ ਟੈਕਸ ਹੈਗਾ 18, ਪਰ ਜਦੋਂ ਅਸੀਂ 1/3 ਆਫ ਲੈਂਡ ਦੀ ਵੈਲਿਊ ਕੱਢ ਦਿੰਦੇ ਹਾਂ ਤਾਂ ਉਹ ਇਫੈਕਟਿਵ ਰੇਟ ਬਣ ਜਾਂਦਾ ਹੈ 12। ਸੋ ਇਫੈਕਟਿਵ ਰੇਟ ਆਫ ਟੈਕਸ ਕੀ ਸੀਗਾ 1/4/19 ਤੋਂ ਪਹਿਲਾਂ? ਰੈਜ਼ੀਡੈਂਸ਼ੀਅਲ ਅਫੋਰਡੇਬਲ 8% ਤੇ ਆਪਣਾ ਰੈਜ਼ੀਡੈਂਸ਼ੀਅਲ ਨਾਨ ਅਫੋਰਡੇਬਲ 12%, ਕਮਰਸ਼ੀਅਲ 12%। ਆਈਟੀਸੀ ਤਿੰਨਾਂ 'ਚ ਮਿਲਦਾ ਸੀ। ਇਹ ਕਲੀਅਰ ਹੋ ਗਿਆ। ਹੁਣ ਆਪਾਂ ਆਨੇ ਅੱਗੇ ਕਿ ਹੁਣ 1 ਅਪ੍ਰੈਲ 2019 ਤੋਂ ਬਾਅਦ ਕੀ ਹੋਇਆ। ਇਹਦੇ 'ਚ ਨਾ ਇੱਕ ਚੀਜ਼ ਧਿਆਨ ਰੱਖਣਾ ਹੈਗਾ, RREP ਦਾ ਕੰਸੈਪਟ ਸਮਝੋ। RREP ਮੀਨਸ ਰੈਜ਼ੀਡੈਂਸ਼ੀਅਲ ਰੀਅਲ ਐਸਟੇਟ ਪ੍ਰੋਜੈਕਟ। ਠੀਕ ਹੈ, ਜਿਹੜਾ ਰੈਜ਼ੀਡੈਂਸ਼ੀਅਲ ਰੀਅਲ ਐਸਟੇਟ ਪ੍ਰੋਜੈਕਟ ਹੈ, ਇਹ ਕੀ ਹੁੰਦਾ? ਰੈਜ਼ੀਡੈਂਸ਼ੀਅਲ ਰੀਅਲ ਐਸਟੇਟ ਪ੍ਰੋਜੈਕਟ ਉਹ ਰੈਜ਼ੀਡੈਂਸ਼ੀਅਲ ਪ੍ਰੋਜੈਕਟ ਹੈ ਜਿਹਦੇ ਅੰਦਰ ਕਮਰਸ਼ੀਅਲ ਪ੍ਰੋਪਰਟੀ ਦਾ ਐਲੀਮੈਂਟ 15% ਜਾਂ ਉਸ ਤੋਂ ਘੱਟ ਹੈ। ਮੈਂ ਦੁਬਾਰਾ ਰਿਪੀਟ ਕਰਦਾ, ਆਪਾਂ ਹੁਣ ਪੜ੍ਹ ਰਹੇ ਹਾਂ ਕਿ 1 ਅਪ੍ਰੈਲ 2019 ਤੋਂ ਬਾਅਦ ਕੀ ਹੋਇਆ। ਉਹਨੂੰ ਸਮਝਣ ਵਾਸਤੇ ਆਪਾਂ ਨੂੰ ਸਮਝਣਾ ਪੈਣਾ ਹੈ RREP ਦਾ ਕੰਸੈਪਟ। ਇਟ ਇਜ਼ ਰੈਜ਼ੀਡੈਂਸ਼ੀਅਲ ਰੀਅਲ ਐਸਟੇਟ ਪ੍ਰੋਜੈਕਟ। ਜਿਹੜਾ ਰੈਜ਼ੀਡੈਂਸ਼ੀਅਲ ਰੀਅਲ ਐਸਟੇਟ ਪ੍ਰੋਜੈਕਟ ਹੈਗਾ, ਉਹਦੇ ਅੰਦਰ ਕਮਰਸ਼ੀਅਲ ਪ੍ਰੋਪਰਟੀ ਦਾ ਐਲੀਮੈਂਟ 15% ਜਾਂ ਉਸ ਤੋਂ ਘੱਟ ਹੈ। ਸੋ 0% ਤੋਂ ਲੈ ਕੇ 15% ਤੱਕ ਜੇ ਕਮਰਸ਼ੀਅਲ ਦਾ ਹੈਗਾ ਤਾਂ ਉਹ RREP 'ਚ ਆਉਂਦੀ ਹੈ। ਜੇ 15% ਤੋਂ ਵੱਧ ਗਿਆ ਫਿਰ ਉਹ ਰੈਜ਼ੀਡੈਂਸ਼ੀਅਲ ਰੀਅਲ ਐਸਟੇਟ ਪ੍ਰੋਜੈਕਟ ਨਹੀਂ ਮੰਨਿਆ ਜਾਂਦਾ। ਇਹ ਸਮਝ ਆ ਗਿਆ? ਹੁਣ ਇਹਦਾ ਐਗਜ਼ਾਮਪਲ ਬੜਾ ਸਿੰਪਲ ਜਿਹਾ ਹੈ ਕਿ ਜੇ 10,000 ਸਕੁਏਅਰ ਮੀਟਰ ਦਾ ਤੁਹਾਡਾ ਉਹ ਹੈਗਾ ਏਰੀਆ, ਅਤੇ ਉਹਦੇ ਅੰਦਰ ਜੇ ਉਹਦੇ ਅੰਦਰ 15% ਯਾਨੀ ਕਿ 1500 ਤੱਕ ਦਾ ਜੇ ਕਮਰਸ਼ੀਅਲ ਏਰੀਆ ਹੈਗਾ ਤਾਂ ਉਹ ਰੈਜ਼ੀਡੈਂਸ਼ੀਅਲ ਰੀਅਲ ਐਸਟੇਟ ਪ੍ਰੋਜੈਕਟ RREP ਮੰਨਿਆ ਜਾਊਗਾ। ਜੇ ਉਸ ਤੋਂ ਵੱਧ ਗਿਆ, 15% ਤੋਂ ਵੱਧ ਗਿਆ, ਤਾਂ ਉਹ ਨਹੀਂ ਮੰਨਿਆ ਜਾਊਗਾ। ਠੀਕ ਹੈ, ਹੁਣ ਆਪਾਂ ਆ ਗਏ ਕਿ ਅਫੋਰਡੇਬਲ ਤੇ ਨਾਨ ਅਫੋਰਡੇਬਲ ਦਾ ਕੀ ਕੰਸੈਪਟ ਹੈ। ਅਫੋਰਡੇਬਲ ਤੇ ਨਾਨ ਅਫੋਰਡੇਬਲ ਦਾ ਕੰਸੈਪਟ ਇਹ ਹੈ ਕਿ ਜਿਹੜੀ ਚੀਜ਼ ਅਫੋਰਡੇਬਲ ਹੈ ਉਹ ਆਪਾਂ ਪੜ੍ਹ ਲੈਂਦੇ ਹਾਂ, ਉਸ ਤੋਂ ਵੱਧ ਕੀ ਜਿਹੜੀ ਚੀਜ਼ ਉਹ ਨਾਨ ਅਫੋਰਡੇਬਲ ਹੈ। ਠੀਕ ਹੈ, ਸੋ ਅਫੋਰਡੇਬਲ ਦਾ ਕੰਸੈਪਟ ਕੀ ਹੈਗਾ? ਜੇ ਤਾਂ ਮੈਟਰੋਪੋਲੀਟਨ ਸਿਟੀ ਹੈ ਤਾਂ ਉਹਦੇ 'ਚ ਏਰੀਆ ਹੋਵੇ 60 ਸਕੁਏਅਰ ਮੀਟਰ। ਠੀਕ ਹੈ, ਤੇ ਨਾਨ ਮੈਟਰੋਪੋਲੀਟਨ 'ਚ ਹੋਵੇ 90 ਸਕੁਏਅਰ ਮੀਟਰ। ਠੀਕ ਹੈ, ਤੇ ਵੈਲਿਊ ਹੋਵੇ 45 ਲੱਖ ਤੱਕ, ਉਸ ਤੋਂ ਵੱਧ ਨਹੀਂ, ਅਪ ਟੂ 45 ਲੱਖ, ਉਹ ਅਫੋਰਡੇਬਲ ਮੰਨਿਆ ਜਾਂਦਾ। ਠੀਕ ਹੈ, ਮੈਂ ਦੁਬਾਰਾ ਰਿਪੀਟ ਕਰਦਾ, ਅਫੋਰਡੇਬਲ ਤੇ ਨਾਨ ਅਫੋਰਡੇਬਲ ਦਾ ਫਰਕ ਕੀ ਹੈ? ਆਪਾਂ ਅਫੋਰਡੇਬਲ ਕਰ ਲਿਆ, ਉਸ ਤੋਂ ਉੱਪਰ ਸਾਰਾ ਨਾਨ ਅਫੋਰਡੇਬਲ ਹੈ। ਅਫੋਰਡੇਬਲ in metropolitan area 60 square meter, in non-metropolitan area 90 square meter, value up to 45 lakhs, ਇਹ ਅਫੋਰਡੇਬਲ ਹੈ। ਠੀਕ ਹੈ,
ਹੁਣ ਇਹ ਆਪਾਂ ਪੜ੍ਹ ਕਿਉਂ ਰਹੇ ਹਾਂ, ਕਿਉਂਕਿ ਰੇਟ ਆਫ ਟੈਕਸ ਦਾ ਫਰਕ ਹੈ, ਉਹ ਅੱਗੇ ਪੜ੍ਹਾਂਗੇ ਆਪਾਂ ਕੀ ਫਰਕ ਹੈ, ਕਿਵੇਂ ਕਿਹਨਾਂ ਨੇ ਕੀਤਾ। ਠੀਕ ਹੈ, ਹੁਣ ਪਹਿਲਾਂ ਆਪਾਂ ਦੇਖ ਲਈਏ ਕਿ ਮੈਟਰੋਪੋਲੀਟਨ 'ਚ ਕਿਹੜੇ ਕਿਹੜੇ ਸ਼ਹਿਰ ਆਉਂਦੇ ਆ। ਮੈਟਰੋਪੋਲੀਟਨ ਦਾ ਦਿੱਲੀ NCR ਜਿਹੜਾ ਹੈਗਾ ਉਹ ਆਉਂਦਾ ਕੰਪਲੀਟ, ਮੁੰਬਈ ਪੂਰਾ ਆਉਂਦਾ ਹੋਲ ਆਫ MMR, ਠੀਕ ਹੈ, ਚੇਨਈ, ਕੋਲਕਾਤਾ, ਬੈਂਗਲੁਰੂ ਐਂਡ ਹੈਦਰਾਬਾਦ, ਇਹ 6 ਨੇ। ਠੀਕ ਹੈ, ਇਸ ਤੋਂ ਇਲਾਵਾ ਬਾਕੀ ਸਾਰੇ ਜਿਹੜੇ ਨੇ ਉਹ ਆ ਗਏ ਆਪਣੇ ਨਾਨ ਮੈਟਰੋਪੋਲੀਟਨ 'ਚ। ਸੋ ਅਸੀਂ ਅਫੋਰਡੇਬਲ 'ਚ ਕੀ ਕੀਤਾ, 60 ਸਕੁਅਰ ਮੀਟਰ ਇਨ ਮੈਟਰੋਪੋਲੀਟਨ, 90 ਸਕੁਅਰ ਮੀਟਰ ਇਨ ਨਾਨ ਮੈਟਰੋਪੋਲੀਟਨ, ਵੈਲਿਊ not more than 45 lakh rupees, and this is our affordable। ਇਸ ਤੋਂ ਇਲਾਵਾ ਇੱਕ ਹੋਰ ਐਕਸੈਪਸ਼ਨ ਹੈ, ਜਿਹੜੀਆਂ ਵੀ ਗਵਰਨਮੈਂਟ ਸਕੀਮ ਦੇ ਅੰਦਰ, ਜਿਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ, ਜਵਾਹਰ ਲਾਲ ਨਹਿਰੂ ਅਰਬਨ ਮਿਸ਼ਨਸ ਹੈਗੀਆਂ ਨੇ, ਕਈ ਇੱਦਾਂ ਦੇ ਮਤਲਬ ਸਾਡੀ ਜਿਹੜੀਆਂ ਗਵਰਨਮੈਂਟ ਪ੍ਰੋਗਰਾਮਸ ਨੇ, ਜਿਹੜੀਆਂ ਹਾਊਸਿੰਗ ਵਾਲੇ ਪ੍ਰੋਗਰਾਮਸ ਨੇ, ਉਹ ਸਾਰੀ ਜਿਹੜੀ ਹਾਊਸਿੰਗ ਪ੍ਰੋਗਰਾਮਸ ਦੇ ਅੰਦਰ ਬਿਲਡਿੰਗਸ ਨੇ ਉਹ ਸਾਰੀਆਂ ਅਫੋਰਡੇਬਲ ਚੱਲਣਗੀਆਂ। ਕਲੀਅਰ ਹੋ ਗਿਆ। ਤੇ ਇਸ ਤੋਂ ਉੱਪਰ ਜੋ ਹੈ ਉਹ ਸਾਰਾ ਕੁਝ ਨਾਨ ਅਫੋਰਡੇਬਲ ਹੈ, ਬਸ ਸਿੰਪਲ ਹੀ। ਹੁਣ ਆਪਾਂ ਪੜ੍ਹ ਲਈਏ ਕੁਇਕਲੀ ਕਿ 1/4/19 ਤੋਂ ਬਾਅਦ ਰੇਟ ਆਫ ਟੈਕਸ ਕੀ ਹੈ। ਠੀਕ ਹੈ, ਹੁਣ ਇਹਦੇ ਅੰਦਰ ਆਪਾਂ 2 ਤਰ੍ਹਾਂ ਦੀਆਂ ਸਲੈਬਸ ਬਣਦੀਆਂ, ਇੱਕ ਹੈਗੀ ਹੈ RREP, ਰੈਜ਼ੀਡੈਂਸ਼ੀਅਲ ਰੀਅਲ ਐਸਟੇਟ ਪ੍ਰੋਜੈਕਟ, ਜਿਹਦੇ ਅੰਦਰ ਕਮਰਸ਼ੀਅਲ ਐਕਟੀਵਿਟੀ 15% ਤੋਂ ਘੱਟ ਹੈ। ਠੀਕ ਹੈ, ਦੂਸਰਾ ਹੈਗਾ ਨਾਨ RREP, ਜਿਹਦੇ ਅੰਦਰ ਕਮਰਸ਼ੀਅਲ ਐਕਟੀਵਿਟੀ 15% ਤੋਂ ਜ਼ਿਆਦਾ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ ਕਿ ਇਹਦਾ ਰੇਟ ਆਫ ਟੈਕਸਿਸ ਕੀ ਨੇ। ਅੱਛਾ, ਇਫੈਕਟਿਵ ਤੇ ਐਪਲੀਕੇਬਲ ਇੱਥੇ ਵੀ ਉਹੀ ਚੀਜ਼ ਹੈ ਕਿ 1/3 ਜਿਹੜੀ ਹੈਗੀ ਆ ਉਹ ਆਪਾਂ ਲੈਂਡ ਦੀ ਵੈਲਿਊ ਮੰਨਦੇ ਹਾਂ, ਇਸ ਕਰਕੇ ਜਿਹੜੀ ਆਪਾਂ ਹੁਣ ਰੇਟ ਆਫ ਟੈਕਸ ਕਵਾਂਗੇ ਇਫੈਕਟਿਵ ਰੇਟ ਆਫ ਟੈਕਸ ਨੇ। ਠੀਕ ਹੈ ਜੀ, ਕਲੀਅਰ ਹੋ ਗਿਆ। ਹੁਣ ਪਹਿਲਾਂ ਆਪਾਂ ਕਰਦੇ ਹਾਂ ਜਿਹੜਾ ਹੈਗਾ RREP ਦੇ ਅੰਦਰ ਜਿਹੜਾ ਅਫੋਰਡੇਬਲ ਹੈਗਾ ਉਹਦਾ ਇਫੈਕਟਿਵ ਰੇਟ ਆਫ ਟੈਕਸ ਹੈਗਾ 1%, ITC ਨਹੀਂ ਮਿਲਣਾ। ਠੀਕ ਹੈ, ਨਾਨ ਅਫੋਰਡੇਬਲ 5%, ITC ਨਹੀਂ ਮਿਲਣਾ। ਤੇ RREP ਦੇ ਅੰਦਰ ਜਿਹੜੀ ਉਹ 15% ਤੱਕ ਕਮਰਸ਼ੀਅਲ ਹੈਗੀ ਹੈ ਨਾ, ਉਹ ਜਿਹੜੀ ਮੰਨ ਲਓ RREP ਪ੍ਰੋਜੈਕਟ ਹੈ, ਉਹਦੇ ਅੰਦਰ ਉੱਪਰ ਸਾਰੇ ਫਲੈਟਸ ਨੇ, ਥੱਲੇ 2 ਦੁਕਾਨਾਂ ਨੇ, ਉਹ 15% ਤੋਂ ਵੈਲਿਊ ਘੱਟ ਹੈ, ਤਾਂ ਉਹ RREP 'ਚ ਆਊਗਾ ਨਾ। ਉਹਨਾਂ ਵਾਸਤੇ ਜਿਹੜਾ ਹੈਗਾ ਉਹ 5% ਹੈ ਇਫੈਕਟਿਵ ਰੇਟ, ਤੇ ਆਪਣਾ ITC ਨਹੀਂ ਮਿਲਣਾ। ਠੀਕ ਹੈ, ਹੁਣ ਆਪਾਂ ਆ ਗਏ ਆਪਣਾ ਅੱਗੇ ਨਾਨ RREP 'ਚ। ਨਾਨ RREP ਕੀ ਹੈਗੀ ਹੈ, ਜਿਹਦੇ ਅੰਦਰ 15% ਤੋਂ ਐਕਟੀਵਿਟੀ ਵੱਧ ਹੈ। ਠੀਕ ਹੈ, ਉਹਦੇ ਅੰਦਰ ਅਫੋਰਡੇਬਲ ਦੇ ਅੰਦਰ ਸੇਮ ਹੈ 1% ਇਫੈਕਟਿਵ ਰੇਟ, ITC ਨਹੀਂ ਮਿਲਣਾ। ਠੀਕ ਹੈ, ਤੇ ਨਾਨ ਅਫੋਰਡੇਬਲ ਜਿਹੜਾ ਹੈਗਾ ਉਹਦੇ 'ਚ 5% ਉਹੀ ਸੇਮ ਉੱਪਰ ਵਾਲਾ, ITC ਨਹੀਂ ਮਿਲਣਾ। ਪਰ ਕਮਰਸ਼ੀਅਲ 'ਚ ਕੀ ਹੈਗਾ, ਇਫੈਕਟਿਵ ਰੇਟ 12%, ITC ਮਿਲਣਾ। ਇਹ ਹੁਣ ਚੀਜ਼ ਧਿਆਨ ਰੱਖਿਓ, 1/4/19 ਤੋਂ ਬਾਅਦ ਸਿਰਫ ਇੱਕੋ ਹੀ ਪ੍ਰੋਜੈਕਟ ਹੈ ਜਿਹਦੇ ਉੱਤੇ ITC ਮਿਲਣਾ ਹੈ, ਉਹ ਹੈਗਾ ਨਾਨ RREP ਕਮਰਸ਼ੀਅਲ, ਜਿੱਤੇ ਇਫੈਕਟਿਵ ਹੈਗਾ 12% ਰੇਟ ਆਫ ਟੈਕਸ ਤੇ ITC ਮਿਲਣਾ। ਬਾਕੀ ਕਿਸੇ 'ਚ ਵੀ ITC ਨਹੀਂ ਮਿਲਣਾ। ਪਹਿਲੇ ਵਾਲੇ ਜਦੋਂ ਦੇਖਿਆ ਸੀਗਾ ਪ੍ਰੀ 1 April 2019 ਜਿਹੜਾ ਸੀਗਾ ਸਿਨੈਰੀਓ, ਉਹਦੇ ਅੰਦਰ ਸਾਰਿਆਂ ਨੂੰ ITC ਮਿਲ ਰਿਹਾ ਸੀਗਾ, 8% ਅਫੋਰਡੇਬਲ, ਨਾਨ ਅਫੋਰਡੇਬਲ 12%, ਕਮਰਸ਼ੀਅਲ 12%, ਇਫੈਕਟਿਵ, ਸਾਰਿਆਂ ਨੂੰ ITC ਮਿਲ ਰਿਹਾ ਸੀ। ਇੱਥੇ ਕੀ ਕੀਤਾ ਕਿ ਅਫੋਰਡੇਬਲ ਦਾ 1% ਹੈ, ਨੋ ITC, ਨਾਨ ਅਫੋਰਡੇਬਲ ਰੈਜ਼ੀਡੈਂਸ਼ੀਅਲ ਦਾ 5% ਹੈ, ਨੋ ITC, ਕਮਰਸ਼ੀਅਲ ਜਿਹੜਾ ਹੈਗਾ ਉਹ RREP 'ਚ 5% ਹੈ, ਨੋ ITC, ਪਰ ਜਿਹੜਾ ਕਮਰਸ਼ੀਅਲ ਨਾਨ RREP 'ਚ ਹੈ ਉਹਦੇ 'ਚ ਹੈਗਾ ਇਫੈਕਟਿਵ 12% ਤੇ ਉਹਦਾ ITC ਮਿਲਣਾ। ਮੈਂ ਦੁਬਾਰਾ ਫੇਰ ਇੱਥੇ ਗੱਲ ਕਹਿ ਦਾਂ ਕਿ ਜਿਹੜੀ ਮੈਂ ਰੇਟ ਆਫ ਟੈਕਸ ਕਹੇ ਨੇ ਇਫੈਕਟਿਵ ਕਹੇ ਨੇ, ਕਿਉਂਕਿ ਵੈਲਿਊ ਵਿੱਚੋਂ 1/3 ਲੈਂਡ ਅਦਰਵਾਈਜ਼ ਘਟਾਉਣੀ ਪੈਂਦੀ ਹੈ, ਇਸ ਕਰਕੇ ਅਸੀਂ ਇਫੈਕਟਿਵ ਰੇਟ ਉਸ ਉਨਾ ਪਰਸੈਂਟੇਜ ਰੇਟ ਘਟਾ ਕੇ ਆਪਾਂ ਕੈਲਕੂਲੇਟ ਕਰ ਲੈਂਦੇ। ਸਮਝ ਗਏ। ਹੁਣ ਆਪਾਂ ਆ ਗਏ ਅੱਗੇ ਰਿਵਰਸ ਚਾਰਜ ਦੇ ਅੰਦਰ ਰੀਅਲ ਐਸਟੇਟ ਦਾ ਕੀ ਟ੍ਰੀਟਮੈਂਟ ਹੈਗਾ। ਇਹਦੇ 'ਚ 2 ਸੈਕਸ਼ਨ 'ਚ ਆਉਂਦਾ, 9(3) ਤੇ 9(4). ਪਹਿਲਾਂ ਆਪਾਂ ਕਰ ਚੁੱਕੇ ਹਾਂ ਇਹਨੂੰ। 9(4) ਪਹਿਲਾਂ ਆਪਾਂ ਲੈਂਦੇ ਹਾਂ। 9(4) 'ਚ ਕੀ ਸੀਗਾ, ਰਜਿਸਟਰਡ ਬੰਦੇ ਨੇ ਜੇ ਅਨਰਜਿਸਟਰਡ ਬੰਦੇ ਤੋਂ ਮਾਲ ਲਿਆ ਤਾਂ ਰਜਿਸਟਰਡ ਬੰਦਾ RCM 'ਚ ਉਹਨੂੰ ਦਊਗਾ, ਟੈਕਸ ਪੇ ਕਰੂਗਾ। ਇਹ ਐਕਚੁਅਲ ਲਾਅ ਸੀਗਾ। ਇਹ 1 ਜੁਲਾਈ ਤੋਂ ਲੈ ਕੇ 12 ਅਕਤੂਬਰ 2017 ਤੱਕ ਚੱਲਿਆ।
13 ਅਕਤੂਬਰ 2017 ਨੂੰ ਡੈਫਰ ਕਰ ਦਿੱਤਾ ਗਿਆ। ਫਿਰ ਡੈਫਰ ਹੋਈ ਗਿਆ ਫਾਈਨਲੀ 1/4/19 ਤੋਂ ਉਹਨਾਂ ਨੇ ਜਿਹੜਾ ਇਹ ਰੀਅਲ ਐਸਟੇਟ ਦਾ ਜਿਹੜਾ ਸ਼ੁਰੂ ਕੀਤਾ, ਇਹਦੇ ਅੰਦਰ ਇਹਨਾਂ ਨੇ 3 ਕੰਡੀਸ਼ਨਸ ਦੇ ਅੰਦਰ RCM ਲੱਗ ਰਿਹਾ। ਉਹ RCM ਕਦੋਂ ਲੱਗ ਰਿਹਾ ਇਹ ਹੁਣ ਧਿਆਨ ਦਿਓ। RCM ਉਦੋਂ ਲੱਗੂਗਾ ਜਦੋਂ ਸਪਲਾਇਰ ਅਨਰਜਿਸਟਰਡ ਹੈ ਤੇ ਜਿਹੜਾ ਰੈਸੀਪੀਐਂਟ ਹੈ ਉਹ ਰਜਿਸਟਰਡ ਡਿਵੈਲਪਰ ਪ੍ਰਮੋਟਰ ਹੈ। ਧਿਆਨ ਦੁਆਰਾ ਮੈਂ ਕਹਿੰਦਾ 9/4 ਦੇ ਅੰਦਰ ਸਪਲਾਇਰ ਅਨਰਜਿਸਟਰਡ ਹੈ ਤੇ ਰੈਸੀਪੀਐਂਟ ਰਜਿਸਟਰਡ ਡਿਵੈਲਪਰ ਜਾਂ ਪ੍ਰਮੋਟਰ ਹੈ, ਤਾਂ 9/4 ਐਪਲੀਕੇਬਲ ਹੋਏਗਾ। ਠੀਕ ਹੈ, ਹੁਣ ਇਹਦੀਆਂ 3 ਸ਼ਰਤਾਂ ਨੇ। ਉਹ 3 ਕੰਡੀਸ਼ਨਾਂ ਕਿਹੜੀਆਂ ਜਿਸ 'ਚ RCM ਲੱਗੂਗਾ 9/4 'ਚ। ਪਹਿਲੀ ਹੈਗੀ ਹੈ ਆਲ ਕਾਈਂਡਸ ਆਫ ਇਨਪੁਟ ਗੁੱਡਸ ਐਂਡ ਸਰਵਿਸਿਜ਼। ਠੀਕ ਹੈ, ਐਕਸੈਪਸ਼ਨ ਕਿਹੜੀ ਦਿੱਤੀ ਇਹਨਾਂ ਨੇ? ਇਲੈਕਟ੍ਰੀਸਿਟੀ, TDR ਟ੍ਰਾਂਸਫਰ ਆਫ ਡਿਵੈਲਪਮੈਂਟ ਰਾਈਟਸ, FSI ਫਲੋਰ ਸਪੇਸ ਇੰਡੈਕਸ, ਲੌਂਗ ਟਰਮ ਲੀਜ਼, ਡੀਜ਼ਲ, ਪੈਟਰੋਲ, ਨੈਚੁਰਲ ਗੈਸ। ਇਹਨਾਂ ਚੀਜ਼ਾਂ ਨੂੰ ਛੱਡ ਕੇ ਇਹ ਇਹਨਾਂ ਨੂੰ ਬਾਹਰ ਕੱਢ ਕੇ ਬਾਕੀ ਜਿਹੜੀਆਂ ਵੀ ਇਨਪੁਟ ਗੁੱਡਸ ਐਂਡ ਸਰਵਿਸਿਜ਼ ਨੇ ਉਹਨਾਂ ਦਾ ਐਟਲੀਸਟ 80% ਜਿਹੜਾ ਕੰਪੋਨੈਂਟ ਹੈਗਾ ਉਹ ਰਜਿਸਟਰਡ ਤੋਂ ਲੈਣਾ ਜ਼ਰੂਰੀ ਹੈ। ਜੇ 80% ਕੰਪੋਨੈਂਟ ਰਜਿਸਟਰਡ ਤੋਂ ਨਹੀਂ ਲਿਆ ਹੋਇਆ ਤਾਂ ਜਿੰਨਾ ਉਹ ਗੈਪ ਹੈ 80% ਤੱਕ ਤੇ ਜਿੰਨਾ ਉਹਦਾ ਸੀਗਾ ਉਨੇ ਦਾ ਉਹਨੂੰ ਰਿਵਰਸ ਚਾਰਜ ਵਿੱਚ ਪੇ ਕਰਨਾ ਪੈਣਾ ਐਟ ਦ ਰੇਟ ਆਫ 18%। ਕਲੀਅਰ ਹੈ? ਆਪਾਂ ਦੁਬਾਰਾ ਦੇਖ ਲਈਏ ਇਹਨੂੰ ਕੀ ਹੈਗਾ। ਐਨੀ ਗੁੱਡਸ ਐਂਡ ਸਰਵਿਸਿਜ਼ ਇਨਪੁਟ ਨੇ ਜਿਹੜੀਆਂ ਉਹਦੀਆਂ, ਉਹਦਾ 80% ਰਜਿਸਟਰਡ ਡੀਲਰ ਤੋਂ ਲੈਣਾ ਜ਼ਰੂਰੀ ਹੈ। ਐਕਸੈਪਸ਼ਨਸ TDR, FSI, ਲੌਂਗ ਟਰਮ ਲੀਜ਼, ਇਲੈਕਟ੍ਰੀਸਿਟੀ, ਡੀਜ਼ਲ, ਪੈਟਰੋਲ ਐਂਡ ਨੈਚੁਰਲ ਗੈਸ, ਇਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਦਾ। ਠੀਕ ਹੈ, ਉਹਦੇ ਅੰਦਰ 18 ਜਿਹੜਾ ਗੈਪ ਬਚੂਗਾ ਉਹਦਾ 18% ਰੇਟ ਆਫ ਟੈਕਸ ਦੇਣਾ ਹੈਗਾ। ਇਹ ਉਹ ਜਿਹੜੀ ਕੈਲਕੂਲੇਸ਼ਨ ਕਰਨੀ ਹੈ ਗੈਪ ਦੀ, ਉਹ ਇੱਕ ਫਾਈਨੈਂਸ਼ੀਅਲ ਈਅਰ ਦੀ ਜਾਂ ਪਾਰਟ ਦੇਅਰ ਆਫ। ਠੀਕ ਹੈ, ਤੇ ਪੇਮੈਂਟ ਕਦੋਂ ਡਿਊ ਹੋਊਗੀ? ਉਸ ਫਾਈਨੈਂਸ਼ੀਅਲ ਈਅਰ ਤੋਂ ਬਾਅਦ ਵਾਲਾ ਜਿਹੜਾ ਕੁਆਟਰ ਹੈਗਾ ਉਹਦੀ ਲਾਸਟ ਡੇਟ। ਮੰਨ ਲਓ 31 ਮਾਰਚ ਜੇ 2020 ਹੈ ਤਾਂ 30 ਜੂਨ ਤੱਕ ਉਸ ਦੀ ਉਹਨੇ ਪੇਮੈਂਟ ਕਰਨੀ ਹੈਗੀ 80% ਤੋਂ ਜਿਹੜਾ ਗੈਪ ਆ ਰਿਹਾ ਉਹਦੀ। ਕਲੀਅਰ ਹੋ ਗਿਆ? ਹੁਣ ਆਪਾਂ ਆ ਗਏ ਦੂਸਰੀ ਸੈਕਸ਼ਨ 'ਤੇ। ਸੀਮੈਂਟ ਦੇ ਅੰਦਰ ਅਲੱਗ ਤੋਂ ਡਿਫਾਈਨ ਕੀਤਾ ਗਿਆ ਕਿ ਸੀਮੈਂਟ ਦੇ ਅੰਦਰ 100% ਪਰਚੇਜ਼ ਜਿਹੜੀ ਹੈਗੀ ਹੈ ਉਹ ਰਜਿਸਟਰਡ ਡੀਲਰ ਤੋਂ ਹੋਣੀ ਚਾਹੀਦੀ ਹੈ। ਜਿੰਨੀ ਵੀ ਰਜਿਸਟਰਡ ਡੀਲਰ ਤੋਂ ਨਹੀਂ ਹੈ ਉਹਦਾ 28% ਦੇ ਨਾਲ RCM ਭਰਿਆ ਜਾਊਗਾ ਮੰਥਲੀ ਬੇਸਿਸ 'ਤੇ। ਠੀਕ ਹੈ, ਕਲੀਅਰ ਹੋ ਗਿਆ? ਤੀਸਰਾ ਕੈਪੀਟਲ ਗੁੱਡਸ, ਉਹਦੇ ਉੱਤੇ ਵੀ 100% ਰਜਿਸਟਰਡ ਡੀਲਰ ਤੋਂ ਹੀ ਲੈਣਾ ਹੈ ਤੇ ਜਿੰਨਾ ਅਨਰਜਿਸਟਰਡ ਤੋਂ ਲਿਆ ਜਿਹੜਾ ਉਸ ਕੈਪੀਟਲ ਗੁੱਡ ਤੇ ਰੇਟ ਆਫ ਟੈਕਸ ਹੈਗਾ ਉਹ ਪੇ ਕਰਨਾ ਪਊਗਾ ਅੰਡਰ RCM ਤੇ ਮੰਥਲੀ ਬੇਸਿਸ ਤੇ ਕੈਲਕੂਲੇਟ ਕਰਨਾ। ਕਲੀਅਰ ਹੋ ਗਿਆ ਇਹ? ਹੁਣ ਆਪਾਂ ਇਹਨੂੰ ਇੱਕ ਕੁਇਕਲੀ ਰਿਵਾਈਜ਼ ਕਰ ਲੈਂਦੇ ਹਾਂ ਕਿ ਰੀਅਲ ਐਸਟੇਟ ਦੇ ਅੰਦਰ 9/4 'ਚ ਕੀ ਐਪਲੀਕੇਬਿਲਿਟੀ ਹੈ। ਰੀਅਲ ਐਸਟੇਟ 'ਚ 9/4 'ਚ ਐਪਲੀਕੇਬਿਲਿਟੀ ਕੀ ਹੈਗੀ ਹੈ ਕਿ ਜਿਹੜਾ RCM ਹੈਗਾ ਪਹਿਲਾਂ ਸੀਗਾ ਗੁੱਡਸ ਤੇ ਸਰਵਿਸਿਜ਼ ਦੀ ਜਿਹੜੀ ਇਨਪੁਟਸ ਹੈਗੀ ਹੈ, ਐਕਸੈਪਸ਼ਨਸ TDR, FSI, ਲੌਂਗ ਟਰਮ ਲੀਜ਼, ਇਲੈਕਟ੍ਰੀਸਿਟੀ, ਡੀਜ਼ਲ, ਪੈਟਰੋਲ ਐਂਡ ਨੈਚੁਰਲ ਗੈਸ, ਇਹਨਾਂ ਨੂੰ ਛੱਡ ਕੇ ਆਫਕੋਰਸ ਸੀਮੈਂਟ ਐਂਡ ਕੈਪੀਟਲ ਗੁੱਡਸ ਤਾਂ ਪਹਿਲਾਂ ਹੀ ਬਾਹਰ ਨਿਕਲ ਗਏ, ਅਲੱਗ ਐਕਸੈਪਸ਼ਨ ਨਹੀਂ ਹੋਈ ਹੈ। 80% ਜਿਹੜਾ ਮਾਲ ਹੈਗਾ ਉਹ ਰਜਿਸਟਰਡ ਡੀਲਰ ਤੋਂ ਲੈਣਾ ਜ਼ਰੂਰੀ ਹੈ। ਜਿੰਨਾ ਉਹ ਨਹੀਂ ਲੈਂਦਾ ਉਹਦੇ ਦੇ ਉੱਤੇ ਉਹਨੂੰ RCM ਪੇ ਕਰਨਾ ਪਊਗਾ। ਠੀਕ ਹੈ, ਤੇ ਇਹ ਸਾਲ ਦਾ ਜਾਂ ਪਾਰਟ ਦੇਅਰ ਆਫ ਦਾ ਉਹਨੇ ਚੈੱਕ ਕਰਨਾ ਤੇ ਫਾਈਨੈਂਸ਼ੀਅਲ ਈਅਰ ਰੈਲੇਵੈਂਟ ਫਾਈਨੈਂਸ਼ੀਅਲ ਈਅਰ ਦੇ ਐਂਡ ਤੋਂ ਅਗਲੇ ਕੁਆਟਰ ਦੇ ਲਾਸਟ ਡੇਟ ਤੱਕ ਉਹਨੇ ਉਹ ਪੇਮੈਂਟ ਕਰਨੀ। ਠੀਕ ਹੈ, ਸੀਮੈਂਟ ਦੇ ਅੰਦਰ 100% ਰਜਿਸਟਰਡ ਡੀਲਰ ਤੋਂ ਲੈਣਾ। ਜੇ 1% 0.01% ਵੀ ਉਹਨੇ ਅਨਰਜਿਸਟਰਡ ਤੋਂ ਲਿਆ ਹੈਗਾ ਤਾਂ ਉਹਦਾ RCM ਪੇ ਕਰੇਗਾ ਐਟ ਦ ਰੇਟ ਆਫ 28%, ਜਿਹੜਾ ਕਿ GST ਰੇਟ ਹੈਗਾ ਸੀਮੈਂਟ ਦਾ। ਕੈਪੀਟਲ ਗੁੱਡਸ ਦੇ ਅੰਦਰ ਸਾਰਾ ਦਾ ਸਾਰਾ ਰਜਿਸਟਰਡ ਤੋਂ ਲੈਣਾ, ਜਿੰਨਾ ਵੀ ਅਨਰਜਿਸਟਰਡ ਤੋਂ ਲਿਆ ਉੱਤੇ RCM ਪੇ ਕਰਨਾ ਪਏਗਾ। ਇਹ ਵੀ ਮੰਥਲੀ ਬੇਸਿਸ 'ਚ ਹੈਗਾ ਤੇ ਸੀਮੈਂਟ ਵੀ ਮੰਥਲੀ ਬੇਸਿਸ 'ਤੇ। ਠੀਕ ਹੈ, ਹੁਣ ਆਪਾਂ ਆ ਗਏ TDR ਦੇ ਉੱਤੇ। TDR ਜਿਹੜਾ ਹੈਗਾ
ਇਹਦੇ ਅੰਦਰ ਇੱਕ ਹੁੰਦਾ ਹੈ ਜੁਆਇੰਟ ਡਿਵੈਲਪਮੈਂਟ ਐਗਰੀਮੈਂਟ। ਜੁਆਇੰਟ ਡਿਵੈਲਪਮੈਂਟ ਐਗਰੀਮੈਂਟ ਕੀ ਹੁੰਦਾ ਹੈ? ਲੈਂਡ ਓਨਰ ਹੈ, ਲੈਂਡ ਓਨਰ ਨੇ ਡਿਵੈਲਪਰ ਨਾਲ ਇੱਕ ਕੀਤਾ ਐਗਰੀਮੈਂਟ, ਉਹਨੂੰ ਕਹਿੰਦੇ ਜੁਆਇੰਟ ਡਿਵੈਲਪਮੈਂਟ ਐਗਰੀਮੈਂਟ। ਉਹ ਜੁਆਇੰਟ ਡਿਵੈਲਪਮੈਂਟ ਐਗਰੀਮੈਂਟ ਦੇ ਤਹਿਤ ਉਹ ਟ੍ਰਾਂਸਫਰ ਆਫ ਡਿਵੈਲਪਮੈਂਟ ਰਾਈਟਸ ਕਰਦਾ, ਜਿਹਨੂੰ ਆਪਾਂ TDR ਕਹਿੰਦੇ ਹਾਂ, ਟ੍ਰਾਂਸਫਰ ਆਫ ਡਿਵੈਲਪਮੈਂਟ ਰਾਈਟਸ। ਠੀਕ ਹੈ, ਉਹ ਜਦੋਂ ਟ੍ਰਾਂਸਫਰ ਆਫ ਡਿਵੈਲਪਮੈਂਟ ਰਾਈਟਸ ਕਰਦਾ ਹੈ ਤਾਂ ਉਹਦੇ 'ਚ ਕੀ ਹੁੰਦਾ ਹੈ, ਆਪਾਂ ਮੰਨ ਕੇ ਚੱਲੀਏ ਕਿ ਦੋ ਤਰੀਕੇ ਨਾਲ ਜਦੋਂ ਬਿਲਡਿੰਗ ਬਣਦੀ ਹੈ ਤਾਂ ਉਹ ਪੇਬੈਕ ਕਰਦਾ ਹੈ ਡਿਵੈਲਪਰ ਲੈਂਡ ਓਨਰ ਨੂੰ। ਇੱਕ ਤਾਂ ਉਹ ਇਹ ਕਹਿੰਦੇ ਕਿ ਜੀ ਚਲੋ ਆਪਾਂ ਰੈਵਨਿਊ ਸ਼ੇਅਰਿੰਗ ਕਰ ਲੈਂਦੇ ਹਾਂ ਕਿ ਜਿੰਨੇ ਦਾ ਬਿਲਡਿੰਗ ਵਿਕੀ 40% ਤੁਸੀਂ ਰੱਖ ਲਓ, 60% ਮੈਂ ਰੱਖ ਲੂੰਗਾ। ਠੀਕ ਹੈ, ਜਾਂ ਉਹ ਕਹਿੰਦੇ ਜੀ ਇੱਦਾਂ ਜਦੋਂ ਬਿਲਡਿੰਗ ਬਣ ਗਈ ਮੈਂ 100 ਫਲੈਟ ਬਣਾਉਣੇ ਨੇ ਤਾਂ 40 ਫਲੈਟ ਤੁਹਾਡੇ ਹੋ ਗਏ, 60 ਫਲੈਟ ਮੇਰੇ ਹੋ ਗਏ। ਠੀਕ ਹੈ, ਉਹ ਇੱਕ ਤਰੀਕੇ ਨਾਲ ਉਸ 'ਚ ਐਗਰੀਮੈਂਟ 'ਚ ਆ ਜਾਂਦਾ, ਜੁਆਇੰਟ ਜਿਹੜਾ ਐਗਰੀਮੈਂਟ ਹੈਗਾ ਉਹ 'ਚ ਆ ਜਾਂਦਾ। ਠੀਕ ਹੈ, TDR ਟ੍ਰਾਂਸਫਰ ਹੋਣ ਤੋਂ ਬਾਅਦ। ਠੀਕ ਹੈ, ਫਿਰ ਐਂਡ 'ਚ ਜੇ ਤਾਂ ਐਗਰੀਮੈਂਟ ਹੋਇਆ ਕਿ ਫਲੈਟਸ ਵੰਡੇ ਗਏ, 40 ਤੁਸੀਂ ਰੱਖ ਲਏ, 60 ਮੈਂ ਰੱਖ ਲਏ। ਉਸ ਤੋਂ ਬਾਅਦ ਉਹਨੇ ਵੀ ਲੈਂਡ ਓਨਰ ਵੀ 40 ਫਲੈਟ ਵੇਚਣੇ ਨੇ ਟੂ ਐਂਡ ਕਸਟਮਰ, ਤੇ ਇਹਨੇ ਵੀ 60 ਫਲੈਟ ਵੇਚਣੇ ਨੇ ਟੂ ਐਂਡ ਕਸਟਮਰ। ਸਮਝ ਆਈ? ਸੋ ਇਹਦੇ ਅੰਦਰ ਟ੍ਰਾਂਜੈਕਸ਼ਨਸ ਉਹ ਕਿੰਨੀਆਂ ਹੋ ਗਈਆਂ? ਜੁਆਇੰਟ ਡਿਵੈਲਪਮੈਂਟ ਐਗਰੀਮੈਂਟ 'ਚ 4 ਤਰ੍ਹਾਂ ਦੀਆਂ ਟ੍ਰਾਂਜੈਕਸ਼ਨਸ ਹੁੰਦੀਆਂ। ਪਹਿਲੀ ਟ੍ਰਾਂਜੈਕਸ਼ਨ ਕੀ ਹੈ? ਲੈਂਡ ਓਨਰ ਨੇ ਡਿਵੈਲਪਰ ਨੂੰ ਦਿੱਤੀ TDR। ਇਹ ਨਾਨ ਮੋਨੀਟਰੀ ਹੈ, ਪੈਸੇ ਤਾਂ ਦਿੱਤੇ ਨਹੀਂ, ਕੱਲੇ TDR ਦਿੱਤੀ ਹੈ, ਟ੍ਰਾਂਸਫਰ ਆਫ ਡਿਵੈਲਪਮੈਂਟ ਰਾਈਟ ਦਿੱਤੇ ਕਿ ਭਾਈ ਤੂੰ ਬਿਲਡਿੰਗ ਬਣਾ ਲੈ। ਠੀਕ ਹੈ, ਉਹਨੇ ਫਿਰ ਕੀ ਕੀਤਾ? ਡਿਵੈਲਪਰ ਨੇ ਬਿਲਡਿੰਗ ਬਣਨ ਤੋਂ ਬਾਅਦ ਉਹਨੇ ਕਿਹਾ ਜੀ ਆਹ ਲਓ ਜੀ ਤੁਹਾਡੇ 40 ਫਲੈਟ ਮੈਂ ਤੁਹਾਨੂੰ ਦੇ ਦਿੱਤੇ। ਇਹ ਵੀ ਨਾਨ ਮੋਨੀਟਰੀ ਹੈ, ਇਕੱਲੇ ਫਲੈਟ ਹੀ ਦਿੱਤੇ, ਪੈਸੇ ਦਿੱਤੇ ਨਹੀਂ। ਦੂਸਰੀ ਟ੍ਰਾਂਜੈਕਸ਼ਨ ਇਹ ਹੋਊਗੀ। ਤੀਜੀ ਟ੍ਰਾਂਜੈਕਸ਼ਨ ਕਿਹੜੀ ਹੋਊਗੀ ਕਿ ਡਿਵੈਲਪਰ ਨੇ ਆਪਣੇ ਜਿਹੜੇ ਹਿੱਸੇ ਵਾਲੇ 60 ਫਲੈਟ ਨੇ ਉਹ ਦੇਣੇ ਨੇ ਕਸਟਮਰ ਨੂੰ, ਉਹ ਪੈਸੇ ਲਊਗਾ ਤੇ ਫਲੈਟ ਵੇਚੂਗਾ, ਮੋਨੀਟਰੀ ਹੋ ਗਈ। ਚੌਥੀ ਹੋ ਗਈ ਜਿਹੜੀ ਲੈਂਡ ਓਨਰ ਕੋਲ ਫਲੈਟ ਆਏ 40, ਉਹ 40 ਫਲੈਟ ਉਹ ਵੇਚੂਗਾ, ਉਹ ਵੀ ਪੈਸੇ ਲਊਗਾ, ਮੋਨੀਟਰੀ ਹੋ ਗਈ। ਸੋ 4 ਟ੍ਰਾਂਜੈਕਸ਼ਨਸ ਹੁੰਦੀਆਂ ਨੇ, 2 ਟ੍ਰਾਂਜੈਕਸ਼ਨਸ ਨਾਨ ਮੋਨੀਟਰੀ, 2 ਟ੍ਰਾਂਜੈਕਸ਼ਨਸ ਮੋਨੀਟਰੀ। ਇਹ ਸਮਝ ਗਏ? ਹੁਣ ਆਪਾਂ ਅੱਗੇ ਆ ਦਿੰਦੇ ਹੈਗੇ ਆ TDR ਦਾ ਕਨਸੈਪਟ ਆਪਾਂ ਇੱਥੇ ਛੱਡ ਕੇ ਹੁਣ ਆਪਾਂ ਦੁਬਾਰਾ ਇੱਕ ਵਾਰੀ ਫਿਰ ਅੱਗੇ ਪੜ੍ਹਾਂਗੇ। ਪਹਿਲਾਂ ਆਪਾਂ ਇਹ ਦੇਖੀਏ ਹੁਣ ਕਿ ਜਿਹੜਾ ਟੈਕਸ ਲੱਗਿਆ 1/4/19 ਤੋਂ ਨਵੇਂ ਪ੍ਰੋਜੈਕਟਾਂ 'ਚ ਤਾਂ ਉਹ ਲੱਗ ਗਿਆ 1% ਜਾਂ 5%, ਜਿਵੇਂ ਆਪਣਾ, ਜਾਂ ਇੱਕ ਐਕਸੈਪਸ਼ਨ 'ਚ 12% ਨਾਨ RREP ਕਮਰਸ਼ੀਅਲ ਹੈ ਨਾ, ਉਹ ਤਾਂ ਐਜ਼ ਪਰ ਲਾਅ ਆ ਗਿਆ, ਲੱਗ ਗਿਆ। ਕੋਈ ਔਨਗੋਇੰਗ ਪ੍ਰੋਜੈਕਟ ਸੀਗਾ, ਉਸ ਔਨਗੋਇੰਗ ਪ੍ਰੋਜੈਕਟ ਨੇ ਜੇ ਨਵੇਂ ਲਾਅ 'ਚ ਆਪਟ ਕਰਨਾ ਹੈ ਤਾਂ ਉਹਨੇ ਕਨੈਕਸ਼ਨ ਨੰਬਰ 4 ਭਰਨਾ ਸੀਗਾ। ਉਹਦੀ ਪਹਿਲਾਂ ਡੇਟ ਸੀਗੀ 10 ਮਈ 2020, ਉਹ ਬਾਅਦ ਫਿਰ 20 ਮਈ 2020 ਕਰ ਦਿੱਤੀ ਗਈ ਸੀ। ਹੁਣ ਇਹਦੇ 'ਚ ਇੱਕ ਗੱਲ ਧਿਆਨ ਰੱਖਣੀ ਹੈ ਕਿ ਕਿਉਂਕਿ ਨਵੇਂ ਐਕਟ ਦੇ ਅੰਦਰ ਸਾਰੇ ਕੰਡੀਸ਼ਨ 1 ਤੇ 5 ਦੇ ਅੰਦਰ ਜਿਹੜਾ ਹੈਗਾ 1 ਐਂਡ 5 ਉਹਨਾਂ ਦੇ ਅੰਦਰ ਨੋ ITC ਹੈ। ਸੋ ਜੇ ਨੋ ITC ਹੈ ਤਾਂ ਸਾਰਾ ਜਿਹੜਾ ਪੇਮੈਂਟ ਹੈਗੀ ਹੈ ਟੈਕਸ ਦੀ ਉਹ ਵਾਇਆ ਕੈਸ਼ ਲੈਜਰ ਹੋਏਗੀ, ਕਿਉਂਕਿ ਨੋ ITC ਹੈ। ਜਿੱਥੇ ITC ਅਲਾਊਡ ਹੈ ਉੱਥੇ ਹੀ ਆਫਸੈਟ ਹੋ ਸਕਦਾ ਨਾ, ਜਿੱਥੇ ITC ਅਲਾਊਡ ਹੀ ਨਹੀਂ ਹੈ, ਮਤਲਬ 1% ਵਾਲੇ 'ਚ ਤੇ 5% ਵਾਲੇ 'ਚ, ਉਹਨਾਂ ਦੋਨਾਂ ਦੇ ਅੰਦਰ ਜੇ ਪੁਰਾਣਾ ਪ੍ਰੋਜੈਕਟ ਵਾਲਾ ਆਉਂਦਾ ਹੈ ਤਾਂ ਉਹ ਭਾਵੇਂ ਉਹਦੇ ਕੋਲ ITC ਹੈ ਜਾਂ ਨਹੀਂ ਹੈ, ਨਵੇਂ ਸਿਸਟਮ 'ਚ ਆ ਕੇ ਉਹ 1% ਤੇ 5% ਜੇ ਪੇ ਕਰੂਗਾ ਤਾਂ ਉਹ ਵਾਇਆ ਕੈਸ਼ ਜੇ ਪੇ ਕਰੂਗਾ। ਅਤੇ ਉਹਨੇ ਭਰਨਾ ਕਿਹੜਾ ਡਾਕੂਮੈਂਟ ਸੀ? ਐਨੈਕਸ਼ਨ ਨੰਬਰ 4, 20 ਮਈ ਤੱਕ ਭਰਨਾ ਸੀਗਾ। ਪਹਿਲਾਂ 10 ਮਈ ਡੇਟ ਸੀ, ਬਾਅਦ 'ਚੋਂ 20 ਮਈ ਕਰ ਦਿੱਤੀ ਗਈ ਸੀ। ਠੀਕ ਹੈ, ਇਸ ਤੋਂ ਬਾਅਦ ਆਪਾਂ ਅੱਗੇ RCM ਹੁਣ ਆਪਾਂ ਦੇਖ ਲਈਏ 9/3 ਵੱਲ। 9/3 ਦੇ RCM ਦੇ ਅੰਦਰ ਜਿਹੜਾ ਹੈਗਾ ਹੈ ਉਹਦੇ 'ਚ 3 ਤਰ੍ਹਾਂ ਦੇ ਨੇ, ਇੱਕ TDR, ਇੱਕ FSI, ਇੱਕ ਲੌਂਗ ਟਰਮ ਲੀਜ਼। 3 ਤਰ੍ਹਾਂ ਦੇ ਉੱਤੇ RCM ਦੇਣਾ। ਪਹਿਲਾਂ ਆਪਾਂ ਕਰ ਲੈਂਦੇ ਹਾਂ ਫਲੋਰ ਸਪੇਸ ਇੰਡੈਕਸ। FSI ਹੁੰਦਾ ਕੀ ਹੈ? ਫਲੋਰ ਸਪੇਸ ਇੰਡੈਕਸ ਮੈਂ ਤੁਹਾਨੂੰ ਬੜੀ ਸਿੰਪਲ ਲੈਂਗੁਏਜ ਸਮਝਾਉਣਾ ਕੀ ਹੈ ਕਿ ਇੱਕ ਰੇਸ਼ੋ ਹੈ। ਠੀਕ ਹੈ, ਰੇਸ਼ੋ ਕਿੱਦਾਂ ਹੈ? ਮੰਨ ਲਓ ਆਪਾਂ ਮੰਨ ਕੇ ਚੱਲੀਏ ਕਿ 2 ਅਸਿਊਮ ਕਰ ਲਈਏ ਕਿ 2 FSI ਦੀ ਰੇਸ਼ੋ 2 ਹੈ। ਠੀਕ ਹੈ, ਮੈਂ
100 ਸਕੁਏਅਰ ਮੀਟਰ ਦਾ ਪਲਾਟ ਲੈਣਾ ਕਿਸੇ ਪਰਟੀਕੂਲਰ ਏਰੀਆ 'ਚ, ਠੀਕ ਹੈ, ਉੱਥੇ FSI ਇੰਡੈਕਸ 2 ਹੈ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਜਿੰਨੀ ਮੇਰੀ ਲੈਂਡ ਹੈ ਇੰਟੂ 2, 100 ਸਕੁਏਅਰ ਮੀਟਰ ਇੰਟੂ 200 ਸਕੁਏਅਰ ਮੀਟਰ ਹੋ ਗਿਆ ਨਾ। 200 ਸਕੁਏਅਰ ਮੀਟਰ ਮੈਂ ਕਾਰਪੇਟ ਏਰੀਆ ਬਿਲਡ ਕਰ ਸਕਦਾ। ਸਿੰਪਲ ਇਹ ਹੈ, ਠੀਕ ਹੈ। ਹੁਣ ਉਹ ਕਿਵੇਂ ਬਿਲਡ ਕਰੂੰਗਾ? 100 ਸਕੁਏਅਰ ਮੀਟਰ ਮੇਰੇ ਕੋਲ ਹੈਗਾ, 100 ਦੇ ਉੱਪਰ 100 ਪਾ ਲੂੰਗਾ, 200 ਬਣ ਗਏ। ਜਾਂ 50 ਖਾਲੀ ਛੱਡ ਦੂੰਗਾ, 50 ਦੇ ਉੱਤੇ 4 ਮੰਜ਼ਲਾ ਪਾ ਲੂੰਗਾ, 50, 100, 150, 200, ਠੀਕ ਹੈ। ਮੈਂ ਦੁਬਾਰਾ ਰਿਪੀਟ ਕਰਦਾ, ਫਲੋਰ ਸਪੇਸ ਇੰਡੈਕਸ ਜਸਟ ਇੱਕ ਰੇਸ਼ੋ ਹੈ। ਜਿੰਨਾ ਤੁਹਾਡੇ ਕੋਲ ਲੈਂਡ ਹੈ ਉਹਨੂੰ ਫਲੋਰ ਸਪੇਸ ਇੰਡੈਕਸ ਨਾਲ ਮਲਟੀਪਲਾਈ ਕਰ ਦਿਓ, ਉਨਾ ਤੁਸੀਂ ਏਰੀਆ ਛੱਡ ਸਕਦੇ ਹੋ। ਦੇਸੀ ਤਰੀਕੇ ਨਾਲ ਤੁਹਾਨੂੰ ਸਮਝਾ ਰਿਹਾ, ਠੀਕ ਹੈ ਨਾ। ਹੁਣ ਇਹਦੇ ਉੱਤੇ ਹੋਰ ਕੀ ਰੂਲ ਅਪਲਾਈ ਹੋਣਗੇ? ਰੈਰਾ ਦੇ ਰੂਲ ਅਪਲਾਈ ਹੋਣਗੇ, ਰੈਰਾ ਐਕਟ ਜਿਹੜਾ 2016 ਵਾਲਾ ਹੈ, ਜਾਂ ਜਿਹੜੀ ਲੋਕਲ ਮਿਊਨਿਸਪਲ ਕਮੇਟੀ ਹੈ, ਮਿਊਨਿਸਪਲ ਕਾਰਪੋਰੇਸ਼ਨ ਹੈ, ਉਹ ਰੂਲ ਵੀ ਅਪਲਾਈ ਹੋਣਗੇ ਵਿੱਚ, ਠੀਕ ਹੈ। ਪਰ FSI ਦਾ ਮਤਲਬ ਇਹ ਹੈ, ਠੀਕ ਹੈ। ਹੁਣ ਇੱਕ ਗੱਲ ਹੈਗੀ ਹੈ ਐਡੀਸ਼ਨਲ FSI। ਉਹਦਾ ਕੀ ਮਤਲਬ? ਮੈਂ ਤੁਹਾਨੂੰ ਐਗਜ਼ਾਮਪਲ ਕੋਟ ਕਰ ਰਹਾ। ਮੇਰੇ ਕੋਲ 100 ਸਕੁਏਅਰ ਮੀਟਰ ਜਗ੍ਹਾ ਸੀਗੀ, 2 ਉੱਥੇ FSI ਇੰਡੈਕਸ ਸੀਗਾ, ਤਾਂ ਮੈਂ ਜੀ 50 ਸਕੁਏਅਰ ਮੀਟਰ ਜਗ੍ਹਾ ਛੱਡ ਕੇ 50 ਦੇ ਅੰਦਰ ਮੈਂ 4 ਮੰਜ਼ਲਾ ਪਾ ਲਈ। 200 ਆਪਣਾ ਕਰ ਲਿਆ ਪੂਰਾ ਮੈਂ FSI ਦੇ ਅਕੋਰਡਿੰਗਲੀ, ਹੈ ਨਾ। ਅਤੇ 50 ਮੀਟਰ ਮੇਰੇ ਕੋਲ ਜਗ੍ਹਾ ਖਾਲੀ ਪਈ ਹੈ। ਹੁਣ ਹੋਇਆ ਕੀ ਕਿ ਉੱਥੇ ਪੰਜਾਬ ਸਰਕਾਰ ਨੇ ਸੜਕ ਬਣਾਉਣੀ ਹੈ ਉਹਦੇ ਅੰਦਰ। ਉਹਨਾਂ ਨੇ ਕਿਹਾ ਜੀ ਤੁਹਾਡੀ ਸੀ 25 ਸਕੁਏਅਰ ਮੀਟਰ ਜਗ੍ਹਾ ਕੰਪਲਸਰਲੀ ਅਸੀਂ ਲਵਾਂਗੇ, ਠੀਕ ਹੈ। ਜਦੋਂ ਉਹਨਾਂ ਨੇ ਮੈਨੂੰ ਮੇਰੀ 25 ਸਕੁਏਅਰ ਮੀਟਰ ਜਗ੍ਹਾ ਮੇਰੀ ਲੈ ਲਈ, ਤਾਂ ਉਹਨਾਂ ਨੇ 25 ਸਕੁਏਅਰ ਮੀਟਰ ਜਿਹੜੀ ਜਗ੍ਹਾ ਲਈ, FSI ਇੰਡੈਕਸ ਕਿੰਨਾ ਹੈ ਉੱਥੇ 2, ਉਹਨਾਂ ਨੇ 25 ਸਕੁਏਅਰ ਮੀਟਰ ਇੰਟੂ 2, 50 ਸਕੁਏਅਰ ਮੀਟਰ ਦਾ ਮੈਨੂੰ FSI ਸਰਟੀਫਿਕੇਟ ਦੇ ਦਿੱਤਾ ਕਿ ਆਹ ਤੁਹਾਡੀ ਐਡੀਸ਼ਨਲ FSI ਹੈ ਜੀ, ਇਹਨੂੰ ਰੱਖੋ, ਠੀਕ ਹੈ। ਯਾਨੀ ਕਿ ਮੈਨੂੰ 50 ਸਕੁਏਅਰ ਮੀਟਰ ਹੋਰ ਛੱਤਣ ਦੀ ਮੈਨੂੰ ਪਰਮਿਸ਼ਨ ਮਿਲ ਗਈ, ਠੀਕ ਹੈ। ਹੁਣ ਉਹ ਜਾਂ ਤਾਂ ਮੈਂ ਆਪ ਛੱਤ ਲਾਂ ਉੱਪਰ, ਇੱਕ ਹੋਰ ਫਲੋਰ ਪਾ ਲਾਂ, ਜਾਂ ਮੈਂ ਉਹ ਕਿਸੇ ਹੋਰ ਡਿਵੈਲਪਰ ਨੂੰ ਦੇ ਸਕਦਾ। ਇਹ ਟ੍ਰੇਡ ਹੋ ਸਕਦਾ, ਇਹਦਾ ਐਡੀਸ਼ਨਲ FSI ਦਾ ਟ੍ਰੇਡ ਹੋ ਸਕਦਾ। ਸਮਝੇ ਮੇਰੀ ਗੱਲ? ਇਹ ਕੰਸੈਪਟ ਹੈਗਾ FSI ਦਾ। FSI ਜਿੰਨਾ ਲੈਂਡ FSI ਇੰਡੈਕਸ ਇੰਟੂ 2 ਨਾਲ ਮੈਂ ਛੱਡ ਸਕਦਾ। ਉਸ ਤੋਂ ਬਾਅਦ ਜੇ ਕੋਈ ਮੰਨ ਲਓ ਗਵਰਨਮੈਂਟ ਨੇ ਕੋਈ ਅਕਵਾਇਰ ਕਰ ਲਈ, ਤਾਂ ਜਿੰਨੀ ਅਕਵਾਇਰ ਕੀਤੀ ਉਹਦਾ ਇੰਟੂ 2 ਜਿੰਨਾ ਉੱਥੇ FSI ਸੀਗਾ, ਉਹ ਟ੍ਰੇਡ ਮੈਂ ਕਰ ਸਕਦਾ ਵਿਦ ਪ੍ਰਮੋਟਰ ਐਂਡ ਡਿਵੈਲਪਰ। ਇਹਦੇ 'ਚ ਹੋਰ ਗੱਲ ਧਿਆਨ ਰੱਖਣ ਵਾਲੀ ਹੈ, FSI ਜਿਹੜਾ ਐਡੀਸ਼ਨਲ FSI ਜਿਹੜਾ ਟ੍ਰੇਡੇਬਲ ਹੈ, ਉਹ ਟ੍ਰੇਡ ਕਰ ਸਕਦੇ ਹਾਂ ਇਕੁਅਲੀ ਪੋਪੂਲੇਟਡ ਔਰ ਲੈਸਰ ਪੋਪੂਲੇਟਡ ਏਰੀਆ 'ਚ। ਸਿੰਪਲ ਟਰਮਸ ਦੇ ਅੰਦਰ ਐਡੀਸ਼ਨਲ FSI ਉੱਥੇ ਹੀ ਹੋ ਸਕਦੀ ਜਿੱਥੇ ਕਿ ਉਸ ਏਰੀਆ ਜਿੰਨੀ ਪੋਪੂਲੇਸ਼ਨ ਹੈ ਜਾਂ ਉਸ ਤੋਂ ਘੱਟ ਹੈ, ਪਹਿਲੀ ਸ਼ਰਤ। ਦੂਜੀ, ਰੇਰਾ ਦੇ ਲਾਅ ਅਤੇ ਲੋਕਲ ਜਿਹੜੇ ਲਾਅ ਨੇ ਉਹ ਅਪਲਾਈ ਹੋਣਗੇ, ਠੀਕ ਹੈ। ਇਹ ਹੋ ਗਿਆ FSI ਦਾ ਕੰਸੈਪਟ। ਹੁਣ ਆਪਾਂ ਅੱਗੇ ਲੌਂਗ ਟਰਮ ਲੀਜ਼ ਕੀ ਹੈ? ਇਹ ਬੜੀ ਸਿੰਪਲ ਜੀ ਚੀਜ਼ ਹੈਗੀ ਹੈ ਕਿ ਮੰਨ ਲਓ ਜਿਹੜਾ ਲੈਂਡ ਓਨਰ ਹੈ, ਉਹ ਕਹਿੰਦਾ ਜੀ ਮੈਂ ਤੁਹਾਨੂੰ ਵੇਚਦਾ ਨਹੀਂ, ਮੈਂ ਤੁਹਾਨੂੰ ਲੌਂਗ ਟਰਮ ਲੀਜ਼ ਦੇ ਦਿੰਦਾ। ਲੌਂਗ ਟਰਮ ਲੀਜ਼ ਘੱਟੋ ਘੱਟ 30 ਸਾਲ ਦੀ ਹੋਣੀ ਚਾਹੀਦੀ ਹੈ, ਠੀਕ ਹੈ। ਨੋਰਮਲੀ ਲੌਂਗ ਟਰਮ ਲੀਜ਼ ਜਿਹੜੀ ਹੈਗੀ 99 ਈਅਰਸ ਦੀ ਹੁੰਦੀ ਹੈ। ਸੋ ਉਹਦੇ 'ਚ ਕੰਸੀਡਰੇਸ਼ਨ ਕੀ ਹੁੰਦੀ ਹੈ? ਇੱਕ ਤਾਂ ਪਹਿਲਾਂ ਸਲਾਮੀ ਜਾਂਦੀ ਹੈ, ਪ੍ਰੀਮੀਅਮ ਜਾਂਦਾ, ਬਾਅਦ 'ਚ ਈਅਰਲੀ ਜਾਂ ਜਿਵੇਂ ਵੀ ਉਹਨਾਂ ਦਾ ਐਗਰੀਮੈਂਟ ਹੈ ਉੱਦਾਂ ਪੈਸੇ ਜਾਂਦੇ। ਸੋ ਇਹ ਹੈਗੀ ਹੈ ਲੌਂਗ ਟਰਮ ਲੀਜ਼। ਹੁਣ ਆਪਾਂ FSI ਕਰ ਲਈ, ਆਪਾਂ ਲੌਂਗ ਟਰਮ ਲੀਜ਼ ਕਰ ਲਈ। ਹੁਣ ਆਪਾਂ ਕਰਾਂਗੇ TDR ਇਨ ਡਿਟੇਲ, ਟ੍ਰਾਂਸਫਰ ਆਫ ਡਿਵੈਲਪਮੈਂਟ ਰਾਈਟਸ। ਹੁੰਦਾ ਕੀ ਆਪਾਂ ਪੜ੍ਹ ਲਿਆ ਸੀਗਾ ਪਹਿਲਾਂ ਹੀ ਕਿ ਜਦੋਂ ਆਪਣਾ ਲੈਂਡ ਓਨਰ ਡਿਵੈਲਪਰ ਨੂੰ ਲੈਂਡ ਦਿੰਦਾ ਹੈ ਬਿਲਡਿੰਗ ਬਣਾਉਣ ਵਾਸਤੇ, ਤਾਂ ਉਹ ਟ੍ਰਾਂਸਫਰ ਆਫ ਡਿਵੈਲਪਮੈਂਟ ਰਾਈਟ ਕਰਦਾ। ਇਹ TDR ਹੁੰਦਾ। ਇੰਨੀ ਗੱਲ ਸਮਝ ਆ ਗਈ। ਹੁਣ ਇਹਦੀ ਟਾਈਮ ਆਫ ਸਪਲਾਈ ਕੀ ਹੈ ਅਤੇ ਵੈਲਿਊ ਆਫ ਸਪਲਾਈ ਕੀ ਹੈ, ਇਹ ਸਮਝਣਾ ਆਪਾਂ, ਠੀਕ ਹੈ। ਟਾਈਮ ਆਫ ਸਪਲਾਈ ਇਨ ਕੇਸ ਆਫ ਕਮਰਸ਼ੀਅਲ, ਜਦੋਂ ਟ੍ਰਾਂਸਫਰ ਆਫ ਡਿਵੈਲਪਮੈਂਟ ਰਾਈਟ ਹੋਊਗੀ ਉਸੇ ਟਾਈਮ ਉਸ TDR ਦੀ ਵੈਲਿਊ ਦੇ ਉੱਤੇ 18% ਦੇ RCM ਦੇਣਾ ਪਏਗਾ। ਵੈਰੀ ਕਲੀਅਰ। ਟਾਈਮ ਆਫ ਸਪਲਾਈ ਵੈਨ ਦ property is commercial,
ਤਾਂ TDR ਜਦੋਂ ਆ ਗਏ ਉਦੋਂ ਹੀ ਉਹ ਟਾਈਮ ਆਫ ਸਪਲਾਈ ਮੰਨੀ ਜਾਏਗੀ, ਉਹਦੇ ਉੱਤੇ RCM ਦੇਣਾ ਪਏਗਾ। ਠੀਕ ਹੈ, ਹੁਣ ਇਹ ਤਾਂ ਆਪਾਂ ਦੇਖ ਲਿਆ ਕਮਰਸ਼ੀਅਲ ਦਾ ਕਿ ਜਦੋਂ ਟ੍ਰਾਂਸਫਰ ਆਫ TDR ਹੋਗੀ ਦੈਟ ਇਜ਼ ਅ ਟਾਈਮ ਆਫ ਸਪਲਾਈ, ਨੋ ਐਕਸੈਪਸ਼ਨ ਟੂ ਦਿਸ। ਠੀਕ ਹੈ, ਐਂਡ ਨੋ ਐਗਜ਼ੈਂਪਸ਼ਨ ਆਲਸੋ ਇਨ ਕੇਸ ਆਫ ਕਮਰਸ਼ੀਅਲ। ਰੈਜ਼ੀਡੈਂਸ਼ੀਅਲ 'ਚ ਕੀ ਹੈਗਾ, ਇਹ ਆਪਾਂ ਜਿਹੜਾ ਪਹਿਲਾਂ ਆਪਾਂ ਸ਼ਡਿਊਲ 3 ਦੇਖਿਆ ਸੀ, ਸ਼ਡਿਊਲ 2 ਦੇਖਿਆ ਸੀ, ਉਹ 'ਚ ਇੱਕ ਚੀਜ਼ ਆਈ ਸੀਗੀ ਕਿ ਆਕੂਪੇਸ਼ਨ ਔਰ ਕੰਪਲੀਸ਼ਨ ਸਰਟੀਫਿਕੇਟ ਵਿਚ ਐਵਰ ਇਜ਼ ਅਰਲੀਅਰ। ਠੀਕ ਹੈ, ਇਹ ਬੜਾ ਇੰਪੋਰਟੈਂਟ ਐਲੀਮੈਂਟ ਹੈ TDR ਦੇ ਅੰਦਰ। ਠੀਕ ਹੈ, ਤੇ ਹੁਣ ਇਹਦੇ ਆਪਾਂ ਦੇਖਦੇ ਹਾਂ ਕਿ ਜੇ ਤਾਂ ਕੰਸੀਡਰੇਸ਼ਨ ਆਈ ਉਸ ਤੋਂ ਬਾਅਦ ਫਿਰ ਤਾਂ ਹੋ ਜਾਂਦਾ ਸ਼ਡਿਊਲ 3 'ਚ GST ਲੱਗਦਾ ਨਹੀਂ ਉੱਤੇ। ਜੇ ਇੰਟਾਇਰ ਕੰਸੀਡਰੇਸ਼ਨ ਆ ਗਈ ਪਹਿਲਾਂ ਇਹਨਾਂ ਦੋਨਾਂ ਤੋਂ ਤਾਂ ਫਿਰ GST ਕੰਸਟਰਕਸ਼ਨ ਸਰਵਿਸ ਬਣ ਜਾਂਦੀ ਹੈ ਅੰਡਰ ਸ਼ਡਿਊਲ 2। ਇਹ ਧਿਆਨ ਰੱਖਣਾ। ਉਸ ਤੋਂ ਅੱਗੇ ਆ ਗਏ ਆਪਾਂ ਫਿਰ ਕਿ ਹੁਣ TDR ਦਾ ਕੀ ਫੰਡ ਹੈ। ਦੇਖੋ ਜੀ, ਜੇ ਤਾਂ ਇਹਨਾਂ ਦੋਨਾਂ ਇਵੈਂਟਸ ਤੋਂ ਯਾਨੀ ਕਿ ਕੰਪਲੀਸ਼ਨ ਸਰਟੀਫਿਕੇਟ ਜਾਂ ਫਸਟ ਆਕੂਪੇਸ਼ਨ ਤੋਂ ਪਹਿਲਾਂ ਜਿੰਨੀਆਂ ਫਲੈਟਸ ਦੀ ਬੁਕਿੰਗ ਹੋਗੀ ਉਹਨਾਂ ਦੇ ਉੱਤੇ TDR ਐਗਜ਼ੈਂਪਟ ਹੈ। ਮੈਂ ਦੁਬਾਰਾ ਕਹਿ ਰਿਹਾ, ਜਿੰਨੇ ਫਲੈਟਾਂ ਦੇ ਉੱਤੇ ਫਸਟ ਆਕੂਪੇਸ਼ਨ ਜਾਂ ਕੰਪਲੀਸ਼ਨ ਸਰਟੀਫਿਕੇਟ ਤੋਂ ਪਹਿਲਾਂ ਬੁਕਿੰਗਸ ਹੋ ਗਈਆਂ ਉਹਨਾਂ ਦੇ ਉੱਤੇ TDR ਐਗਜ਼ੈਂਪਟ ਹੈ। ਠੀਕ ਹੈ, ਜਿਨ੍ਹਾਂ ਦੇ ਉੱਤੇ ਬੁਕਿੰਗ ਨਹੀਂ ਹੋਈ ਉਹਨਾਂ ਤੇ TDR ਲੱਗੂਗਾ। ਠੀਕ ਹੈ, ਹੁਣ ਆਪਾਂ ਦੇਖੀਏ ਕਿ ਹੁਣ ਜਿਹੜਾ TDR ਹੈ ਉਹਦੀ ਵੈਲਿਊ ਕੀ ਬਣੂਗੀ। ਵੈਲਿਊ ਕਿੱਦਾਂ ਕੱਢਣੀ ਹੈ, TDR ਇਨਟੂ ਅਨਬੁਕਡ ਫਲੈਟਸ ਦਾ ਕਾਰਪੇਟ ਏਰੀਆ ਤੇ ਟੋਟਲ ਕਾਰਪੇਟ ਏਰੀਆ। TDR ਦੀ ਵੈਲਿਊ ਇਨਟੂ ਅਨਬੁਕਡ ਕਾਰਪੇਟ ਏਰੀਆ ਅਪੋਨ ਟੋਟਲ ਕਾਰਪੇਟ ਏਰੀਆ। ਇਹ ਆ ਜਾਊਗਾ ਕਿ ਵੈਲਿਊ ਕੀ ਹੈ TDR ਦੀ, ਜਿਹਦੇ ਉੱਤੇ RCM ਲੱਗਣਾ। ਠੀਕ ਹੈ, ਸਮਝ ਆ ਗਈ। ਹੁਣ ਪਹਿਲਾਂ ਆਪਾਂ ਦੇਖਾਂਗੇ ਕਿ ਇਹ ਹੁਣ TDR ਦੀ ਵੈਲਿਊ ਕੀ, ਬਾਕੀ ਤਾਂ ਪਤਾ ਹੀ ਆਪਾਂ ਨੂੰ। ਅਨਬੁਕਡ ਦਾ ਕਾਰਪੇਟ ਏਰੀਆ ਕੀ ਆਪਾਂ ਨੂੰ ਪਤਾ, ਟੋਟਲ ਦਾ ਕਿੰਨਾ ਕਾਰਪੇਟ ਏਰੀਆ ਆਪਾਂ ਨੂੰ ਪਤਾ। ਆਪਾਂ ਦੇਖ ਲਓ TDR ਦੀ ਵੈਲਿਊ ਕੀ। ਸੋ TDR ਦੀ ਵੈਲਿਊ ਆਪਾਂ ਕਿੱਦਾਂ ਕੱਢਾਂਗੇ, ਇਹ ਹੁਣ ਧਿਆਨ ਨਾਲ ਸਮਝੋ। ਮੰਨ ਲਓ ਐਗਰੀਮੈਂਟ ਹੋਇਆ 100 ਫਲੈਟ ਬਣਾਉਣ ਦਾ। ਠੀਕ ਹੈ, 100 ਫਲੈਟਾਂ ਵਿੱਚੋਂ ਆਪਾਂ ਮੰਨ ਲਈਏ ਕਿ 40 ਫਲੈਟਾਂ ਦੀ ਗੱਲ ਹੋਈ ਕਿ ਡਿਵੈਲਪਰ ਨੇ ਕਿਹਾ ਕਿ 40 ਫਲੈਟ ਬਣਾ ਕੇ ਮੈਂ ਲੈਂਡ ਓਨਰ ਨੂੰ ਦੇ ਦੂੰਗਾ। ਠੀਕ ਹੈ, ਸੋ ਟ੍ਰਾਂਸਫਰ ਆਫ ਡਿਵੈਲਪਮੈਂਟ ਰਾਈਟ ਜਿਹੜੀ ਹੋਈ ਉਹਦੀ ਕੰਸੀਡਰੇਸ਼ਨ ਕੀ ਹੋਈ, ਨਾਨ ਮੋਨੀਟਰੀ ਆਪਾਂ ਕਿਹਾ ਸੀ ਨਾ ਪਹਿਲਾਂ, ਉਹ ਕੰਸੀਡਰੇਸ਼ਨ ਕੀ ਆ, ਉਹ 40 ਫਲੈਟ ਨੇ। ਠੀਕ ਹੈ, ਹੁਣ ਆਪਾਂ ਦੇਖਾਂਗੇ ਕਿ TDR ਟ੍ਰਾਂਸਫਰ ਕਿਸ ਡੇਟ ਨੂੰ ਹੋਈ ਸੀ। ਠੀਕ ਹੈ, ਉਸ ਡੇਟ ਨੂੰ ਉੱਦਾਂ ਦੇ ਫਲੈਟ ਦੀ ਉਸ ਟਾਈਮ ਕੀਮਤ ਕੀ ਸੀ। ਠੀਕ ਹੈ, ਉਹਨੂੰ ਮਲਟੀਪਲਾਈ ਕਰਾਂਗੇ ਇਨਟੂ 40। ਠੀਕ ਹੈ, ਉਹ ਹੋ ਗਿਆ ਆਪਣਾ ਵੈਲਿਊ ਆਫ TDR। ਮੈਂ ਦੁਬਾਰਾ ਰਿਪੀਟ ਕਰਦਾ, ਇਹਨੂੰ ਧਿਆਨ ਨਾਲ ਸਮਝਿਓ। ਲੈਂਡ ਓਨਰ ਨੇ ਡਿਵੈਲਪਰ ਨਾਲ ਐਗਰੀਮੈਂਟ ਕੀਤਾ, TDR ਦੇ ਦਿੱਤਾ। ਠੀਕ ਹੈ, ਉਹ TDR 'ਚ ਇਹ ਸੀਗਾ ਕਿ ਜੀ ਜਦੋਂ ਉਹ ਬਿਲਡਿੰਗ ਬਣ ਜੂਗੀ ਤਾਂ 100 ਫਲੈਟਾਂ ਵਿੱਚੋਂ 40 ਫਲੈਟ ਜਿਹੜੇ ਹੈਗੇ ਨੇ ਉਹ ਲੈਂਡ ਓਨਰ ਕੋਲ ਆ ਜਾਣਗੇ, ਜਿਨ੍ਹਾਂ ਨੂੰ ਉਹ ਵੇਚੂਗਾ ਬਾਅਦ 'ਚ। ਸੋ ਉਹ ਜਿਸ ਦਿਨ ਉਹ ਟ੍ਰਾਂਸਫਰ ਆਫ TDR ਹੋਈ ਸੀ ਪਹਿਲਾਂ, ਉਸ ਦਿਨ ਉੱਦਾਂ ਦੇ ਇੱਕ ਫਲੈਟ ਦੀ ਕੀ ਵੈਲਿਊ ਸੀਗੀ ਇਨਟੂ 40, ਜਿੰਨੇ ਉਹਦੇ ਕੋਲ ਫਲੈਟ ਆਏ ਉਹ ਹੋ ਗਈ TDR। ਹੁਣ ਆਪਾਂ ਦੇਖਣੀ ਹੈ ਕਿ TDR ਜਿਹਦੇ ਉੱਤੇ RCM ਲੱਗਣਾ ਉਹ ਕਿਹੜਾ ਹੈਗਾ। ਠੀਕ ਹੈ, ਉਹ ਆਪਾਂ ਕਿੱਦਾਂ ਕੱਢਾਂਗੇ ਕਿ ਆਪਾਂ ਦੇਖਾਂਗੇ ਹੁਣ ਅਨਬੁਕਡ ਕਿੰਨੇ ਨੇ। ਮੰਨ ਲਓ ਆਪਾਂ ਕਹਿੰਦੇ ਹਾਂ ਕਿ ਜੀ ਜਿਹੜੇ 60 ਫਲੈਟ ਬਚ ਗਏ ਸੀਗੇ, ਉਹ 60 ਫਲੈਟਾਂ ਚੋਂ 10 ਫਲੈਟ ਜਿਹੜੇ ਨੇ ਅਨਬੁਕਡ ਨੇ। ਠੀਕ ਹੈ, ਸੋ TDR ਦੀ ਵੈਲਿਊ ਕਿੱਦਾਂ ਕੱਢਾਂਗੇ, ਆਪਾਂ ਮੰਨ ਕੇ ਚੱਲੀਏ ਜਿਹੜੇ 40 ਫਲੈਟ ਸੀਗੇ ਜਿਹੜੇ
ਡਿਵੈਲਪਰ ਨੇ ਦਿੱਤੇ ਨੇ ਟੂ ਲੈਂਡ ਓਨਰ, ਉਹ ਇੱਕ ਜਿਹੜਾ ਹੈਗਾ ਉਹਦੀ ਵੈਲਿਊ ਹੈਗੀ ਹੈ ਮੰਨ ਲਓ 1 ਕਰੋੜ ਰੁਪਏ ਉਸ ਦਿਨ ਸੀਗੀ ਜਿਸ ਦਿਨ TDR ਟ੍ਰਾਂਸਫਰ ਕੀਤੀ। ਕਲੀਅਰ? ਇਨਟੂ ਕਰ ਲਿਆ ਆਪਾਂ 40, ਠੀਕ ਹੈ, ਕਿਉਂਕਿ 40 ਫਲੈਟ ਹੈ, ਸੋ ਹੋ ਗਿਆ 40 ਕਰੋੜ। ਇਨਟੂ ਆਪਾਂ ਕੀਤਾ ਕਿੰਨੇ ਆਪਣੇ ਫਲੈਟ ਨਹੀਂ ਵਿਕੇ, 10 ਨਹੀਂ ਵਿਕੇ, ਟੋਟਲ ਕਿੰਨੇ ਸੀਗੇ 100। ਆਪਾਂ ਇਹ ਮੰਨ ਲਈ ਕਿ ਸਾਰਿਆਂ ਦਾ ਕਾਰਪੇਟ ਏਰੀਆ ਸੇਮ ਹੈ, ਸੋ ਰੇਸ਼ੋ ਨਹੀਂ ਆ ਜੂਗੀ 1/10, ਹੈ ਨਾ। ਜੇ ਆਪਾਂ ਇਹਨੂੰ ਕਰਾਂਗੇ ਤਾਂ ਆਪਣੇ ਕੋਲ ਆਂਦਾ ਹੈਗਾ 4 ਕਰੋੜ ਆ ਗਿਆ, ਜਿਹਦੇ ਉੱਤੇ ਆਪਾਂ RCM ਪੇ ਕਰਨਾ, ਠੀਕ ਹੈ। ਹੁਣ 4 ਕਰੋੜ ਦੇ ਉੱਤੇ RCM ਜਦੋਂ ਆਪਾਂ ਪੇ ਕਰਨਾ ਹੈ ਤਾਂ RCM ਪੇ ਕਰਨਾ ਹੈਗਾ ਆਪਾਂ ਐਟ ਦਾ ਰੇਟ ਆਫ 18%। ਸੋ 7.2 ਜਿਹੜਾ ਹੈਗਾ ਲੱਖ, ਇਹ ਅਸੀਂ ਨਹੀਂ 72 ਲੱਖ, ਸੌਰੀ 7.2 ਨਹੀਂ 72 ਲੱਖ, 72 ਲੱਖ ਜਿਹੜਾ ਹੈਗਾ ਇਹ ਅਸੀਂ ਪੇ ਕਰਨਾ ਹੈਗਾ ਅੰਡਰ RCM, ਠੀਕ ਹੈ। ਪਰ ਇਹਦੇ ਨਾਲ ਇੱਕ ਐਕਸੈਪਸ਼ਨ ਹੈ, ਅਪਰ ਲਿਮਿਟ ਡਿਫਾਈਨ ਕੀਤੀ ਹੋਈ ਹੈ ਲਾਅ 'ਚ। ਉਹ ਕੀ ਹੈ ਕਿ ਇਹ ਹੁਣ ਦੇਖੋ ਅਸੀਂ ਗੱਲ ਕਰ ਰਹੇ ਹਾਂ ਕਿ ਜਦੋਂ TDR ਦਿੱਤਾ ਉਦੋਂ ਫਲੈਟ ਦੀ ਮਾਰਕੀਟ ਵੈਲਿਊ ਹੋਣੀ ਸੀ ਉੱਦਾਂ ਦੀ 1 ਕਰੋੜ। ਅਸੀਂ ਪਹਿਲਾਂ ਕੀਤਾ ਸੀ ਅਫੋਰਡੇਬਲ ਕਿੰਨਾ ਹੈ 45 ਲੱਖ ਤੱਕ, ਇਹ ਆ ਗਿਆ 1 ਕਰੋੜ, ਯਾਨੀ ਕਿ ਨਾਨ ਅਫੋਰਡੇਬਲ ਆ ਗਿਆ। ਨਾਨ ਅਫੋਰਡੇਬਲ ਦਾ ਰੇਟ ਆਫ ਟੈਕਸ ਕਿੰਨਾ ਸੀਗਾ? ਅਫੋਰਡੇਬਲ ਦਾ ਸੀਗਾ 1%, ਨਾਨ ਅਫੋਰਡੇਬਲ ਸੀਗਾ 5%, ਤੁਹਾਨੂੰ ਯਾਦ ਹੋਵੇ, ਹੈ ਨਾ। ਹੁਣ ਆਪਾਂ ਮੰਨ ਕੇ ਚੱਲਦੇ ਹਾਂ ਕਿ ਹੁਣ ਅੱਜ ਦੀ ਡੇਟ ਦੇ ਅੰਦਰ ਆਪਾਂ ਮੰਨ ਲਈਏ ਕਿ ਇਹ ਜਿਹੜਾ ਫਲੈਟ ਹੈਗਾ ਇਹ ਵਿਕਿਆ 1 ਕਰੋੜ ਤੇ 20 ਲੱਖ ਲਾ ਲਓ, ਚਲੋ 1 ਕਰੋੜ 20 ਲੱਖ ਲਾ ਲਓ ਵੈਲਿਊ, ਠੀਕ ਹੈ। 1 ਕਰੋੜ 20 ਲੱਖ ਦਾ ਅੱਜ ਵਿਕਦਾ ਪਿਆ ਤਾਂ ਇਹਦੇ ਉੱਤੇ ਟੈਕਸ ਕਿੰਨਾ ਲੱਗੂਗਾ? 5%, ਠੀਕ ਹੈ। ਹੁਣ ਆਪਾਂ ਇਹਨੂੰ ਦੇਖੀਏ ਤਾਂ ਇਹ ਆਪਣਾ ਆ ਜਾਊਗਾ 1.25, ਇਹ ਆਪਣਾ ਆ ਜਾਊਗਾ 60 ਲੱਖ ਆ ਜਾਊਗਾ। ਹੁਣ ਇੱਥੇ ਟੈਕਸ ਆ ਰਿਹਾ 60 ਲੱਖ, ਉੱਥੇ ਆਪਾਂ ਕੱਢਤਾ 72 ਲੱਖ, ਤਾਂ ਵਿਚ ਐਵਰ ਇਜ਼ ਲੋਅਰ, 60 ਲੱਖ ਜਿਹੜਾ ਹੈਗਾ ਇੱਥੇ RCM ਲੱਗੂਗਾ। ਮੈਂ ਦੁਬਾਰਾ ਇਸ ਸਾਰੇ ਕਨਸੈਪਟ ਨੂੰ ਰਿਪੀਟ ਕਰ ਰਿਹਾ, ਧਿਆਨ ਨਾਲ ਸੁਣਿਓ। TDR ਆਪਾਂ ਕੀਤਾ, TDR 'ਚ ਪਹਿਲਾਂ ਆਪਾਂ ਕੀਤਾ ਟਾਈਮ ਆਫ ਸਪਲਾਈ ਤੇ ਫਿਰ ਆਪਾਂ ਕੀਤਾ ਪਲੇਸ ਆਫ ਵੈਲਿਊ ਆਫ ਸਪਲਾਈ। ਟਾਈਮ ਆਫ ਸਪਲਾਈ 'ਚ ਕੀ ਸੀਗਾ? ਜਿਹੜਾ ਤਾਂ ਕਮਰਸ਼ੀਅਲ ਉਹਦੇ 'ਚ ਤਾਂ ਜਦੋਂ ਟ੍ਰਾਂਸਫਰ ਆਫ TDR ਹੋ ਗਿਆ ਉਸੇ ਟਾਈਮ ਤੇ ਟਾਈਮ ਆਫ ਸਪਲਾਈ ਹੋ ਗਈ, 18% ਤੇ RCM ਪੇ ਕਰਨਾ ਪੈਣਾ, ਠੀਕ ਹੈ। ਹੁਣ ਆਪਾਂ ਆ ਗਏ ਰੈਜ਼ੀਡੈਂਸ਼ੀਅਲ 'ਚ। ਰੈਜ਼ੀਡੈਂਸ਼ੀਅਲ 'ਚ ਹੈਗਾ ਬੇਸਿਕਲੀ ਕੱਟ ਆਫ ਡੇਟ। ਕੱਟ ਆਫ ਡੇਟ ਜਿਹੜੀ ਹੈਗੀ ਹੈ ਉਹ ਕੀ ਹੈਗੀ ਹੈ, ਜਿਹੜਾ ਆਪਾਂ ਸ਼ਡਿਊਲ 3 ਤੇ ਸ਼ਡਿਊਲ 2 ਦੇਖਿਆ ਸੀਗਾ, ਕਿਸ ਦਿਨ ਮਿਲਿਆ ਕੰਪਲੀਸ਼ਨ ਸਰਟੀਫਿਕੇਟ ਜਾਂ ਮਿਲਿਆ ਫਰਸਟ ਆਕੂਪੈਂਸੀ, ਉਦੋਂ ਉਹਦੀ ਟਾਈਮ ਆਫ ਸਪਲਾਈ ਫਿਕਸ ਹੋ ਜਾਂਦੀ, ਠੀਕ ਹੈ। ਹੁਣ ਆਪਾਂ ਵੈਲਿਊ 'ਤੇ ਆ ਜਾਈਏ। ਵੈਲਿਊ ਕਿੱਦਾਂ ਬਣੂਗੀ? ਵੈਲਿਊ ਬਣੂਗੀ ਆਪਾਂ ਦੇਖਾਂਗੇ ਜਿੰਨੇ ਤਾਂ ਉਸ ਡੇਟ ਤੋਂ ਪਹਿਲਾਂ ਬੁੱਕ ਹੋ ਚੁੱਕੇ ਨੇ ਫਲੈਟ ਉਹਨਾਂ ਦੇ ਉੱਤੇ TDR ਨਹੀਂ ਲੱਗਣਾ, ਠੀਕ ਹੈ। ਜਿੰਨੇ ਬੁੱਕ ਨਹੀਂ ਹੋਏ ਉਹਨਾਂ ਦੇ ਉੱਤੇ ਹੁਣ ਆਪਾਂ TDR RCM ਦੇਣਾ। ਉਹ ਕਿੱਦਾਂ ਕੈਲਕੂਲੇਟ ਕੀਤਾ ਆਪਾਂ ਦੇਖਿਆ ਕਿ TDR ਦੇ ਅੰਦਰ ਕਿੰਨੇ ਫਲੈਟਸ ਜਿਹੜੇ ਨੇ ਉਹ ਲੈਂਡ ਓਨਰ ਨੂੰ ਦਿੱਤੇ ਗਏ, 40 ਫਲੈਟ ਸੀਗੇ। ਆਪਾਂ ਉਹਨਾਂ ਦੀ ਵੈਲਿਊ ਕੱਢੀ ਕਿ ਜਿੱਦਣ ਟਾਈਮ ਆਫ ਟ੍ਰਾਂਸਫਰ ਆਫ TDR ਸੀਗਾ ਉਸ ਦਿਨ ਇੱਕ ਫਲੈਟ ਜਿਹੜਾ ਇਹ ਬਣਿਆ ਇਹਦੀ ਵੈਲਿਊ ਕਿੰਨੀ ਸੀ ਉਸ ਟਾਈਮ? ਆਪਾਂ ਕਿਹਾ ਜੀ 1 ਕਰੋੜ ਸੀ, ਆਪਾਂ ਮੰਨ ਲਿਆ 1 ਕਰੋੜ ਸੀ, ਤਾਂ 1 ਕਰੋੜ ਇੰਟੂ 40 ਕਰੋੜ। ਫਿਰ ਆਪਾਂ ਮੰਨਿਆ ਕਿ ਚਲੋ ਇਹ ਮੰਨ ਲੈਂਦੇ ਹਾਂ ਕਿ 10 ਫਲੈਟ ਜਿਹੜੇ ਨੇ ਅਨਬੁੱਕਡ ਰਹਿ ਗਏ, ਠੀਕ ਹੈ। ਅਤੇ ਨਾਲੇ ਇਹ ਅਸਿਊਮ ਕੀਤਾ ਕਿ 100 ਦੇ 100 ਫਲੈਟਾਂ ਦੀ ਕਾਰਪੇਟ ਏਰੀਆ ਸੇਮ ਸੀ, ਸੋ ਮਤਲਬ 10% ਫਲੈਟ ਨਹੀਂ ਵਿਕੇ, ਸੋ 40 ਕਰੋੜ ਦਾ 10% 4 ਕਰੋੜ ਹੋ ਗਏ। ਹੁਣ 4 ਕਰੋੜ ਦੇ ਉੱਤੇ ਆਪਾਂ ਦੇਣਾ RCM, ਉਹ ਬਣਿਆ 18% ਦੇ ਹਿਸਾਬ ਨਾਲ 72 ਲੱਖ ਰੁਪਏ, ਠੀਕ ਹੈ। ਪਰ
ਨਾਲ ਇੱਕ ਅਪਰ ਲਿਮਿਟ ਦੀ ਲਿਮਿਟ ਲਾਈ ਹੋਈ ਹੈ GST 'ਚ। ਉਹ ਕੀ ਕਹਿੰਦੀ ਹੈਗੀ ਹੈ ਕਿ ਤੁਸੀਂ ਇਹ ਵੀ ਦੇਖਣਾ ਹੈਗਾ ਕਿ ਉਹਦਾ ਵੈਸੇ ਐਕਚੁਅਲ ਪੇਬਲ ਕਿੰਨਾ ਸੀਗਾ। ਉਹ ਆਪਾਂ ਕਿਵੇਂ ਕੱਢਿਆ, ਆਪਾਂ ਦੇਖੀ ਵੈਲਿਊ ਆ ਗਈ ਜੀ 1 ਕਰੋੜ, ਜਿਹੜੀ ਆਪਾਂ ਪਹਿਲਾਂ ਹੀ ਜ਼ੂਮ ਕਰੀ ਬੈਠੇ ਹਾਂ। 1 ਕਰੋੜ ਅਫੋਰਡੇਬਲ ਤੋਂ ਵੱਧ ਹੈ, 45 ਲੱਖ ਸੀਗਾ ਅਫੋਰਡੇਬਲ ਤੱਕ ਦਾ, ਯਾਨੀ ਕਿ ਰੇਟ ਆਫ ਟੈਕਸ ਕਿੰਨਾ ਹੈ 5%। ਠੀਕ ਹੈ। ਫਿਰ ਆਪਾਂ ਦੇਖਿਆ ਉਹਦੀ ਮਾਰਕੀਟ ਵੈਲਿਊ ਹੁਣ ਕਿੰਨੇ ਦੇ ਵਿਕ ਰਹੇ ਨੇ ਫਲੈਟ, 1 ਕਰੋੜ 20 ਲੱਖ ਦੇ ਵਿਕ ਰਹੇ। 1 ਕਰੋੜ 20 ਲੱਖ ਤੇ 5% ਲਾਇਆ ਤਾਂ ਉਹਦਾ ਆ ਗਿਆ 60 ਲੱਖ ਰੁਪਏ। ਹੁਣ ਆਪਣੇ ਕੋਲ ਦੋ ਵੈਲਿਊਜ਼ ਆ ਗਈਆਂ 60 ਤੇ 72, ਘੱਟ ਕਿਹੜੀ ਹੈ 60 ਦੇ 60 ਲੱਖ ਰੁਪਇਆ RCM ਦਿੱਤਾ ਜਾਊਗਾ। ਸਮਝ ਗਏ। ਸੋ ਇਹ ਇੱਕ ਬਰੀਫ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਨੂੰ ਫਾਈਨਲ ਵੀਡੀਓ ਬੁੱਕ ਨਾ ਮੰਨਿਓ, ਇਟ ਇਜ਼ ਅ ਪ੍ਰੀਲਿਮਿਨਰੀ ਵੀਡੀਓ ਬੁੱਕ। ਇਸ ਤੋਂ ਬਾਅਦ ਇਹਨੂੰ ਕਰੈਕਟ ਕਰਕੇ ਹੋਰ ਚੀਜ਼ਾਂ ਵਿੱਚ ਪਾ ਕੇ ਇੱਕ ਫਾਈਨਲ ਵੀਡੀਓ ਬੁੱਕ ਇਨ ਕਮਿੰਗ ਡੇਜ਼ ਮੈਂ ਪਾਊਂਗਾ। ਸੋ ਥੈਂਕ ਯੂ ਵੈਰੀ ਮਚ ਐਂਡ ਟੇਕ ਕੇਅਰ ਆਫ ਯੋਰਸੈਲਫ।